गुरते अमरदास रामदास होए सहाय। गुरते अमरदास रामदास होए सहाय। हर जन हर गोबिंदनो जन हर गोबिंदनो सिमरो श्री हर राय। श्री हर कृष्ण ते आए जिस नेठे सब दुख जाए। श्री हर कृष्ण ते आए जिस नेठे सब दुख जाए। एक बहादुर सिमरे एक बहादुर सिमरे आनंद आवे ताए सब थाए हुए सहाय। एक बहादुर सिमरे एक बहादुर सिमरे एक बहादुर सिमरे। बड़ी बेटी उल्टा पार तेरा मर्तबा रंग ने कन्या करतबा। जी अंदर जी सब जानला तेरे वास्ते तेरे घर बना। तेरे घर मन बधाई तो दकार मन माता ते अपना विचार। सर्व कला भरपूर दी से जत कथा नानक दास दास दे आगे बिन बता बिन बता बिन बता। पौड़ी बड़ी हो बड़ा अपार तेरा मर्तबा रंग प्रंग अनेक न जापन करतबा। जिया अंदर जियो सबके जान ला सब किस तेरे वास तेरा घर भला। तेरे घरे आनंद बधाए तुद घर मान महता तेज अपना आप जर। सर्व कला भरपूर दिसे जत कथा नानक दासन दास तुद आगे बिन बता। श्लोक पवन गुरु पानी पिता माता धरत मात दिवस रात दे दाए दाया खेल सगल जगत। चंगियाइयां बुराइयां वाचे धर्म दूर करमी आपो अपनी। के नेड़े के दूर जिनी नाम ते आया गए मशक्कत कालो। नानक ते मुख उजले केते छुटी नाल। वाहिगुरु जी का खालसा वाहिगुरु जी की फतेह।
ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਾਤ ਪਿਤਾ ਤਿਸ ਆਏ ਕੈ ਸਿੰਘਨ ਤੇ ਸੋ ਕਹਾਏ ਲੈ ਗੇ ਆਪਣੇ ਘਰ ਬਿਖੈ ਮੁਕਲਾਵਾ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰ ਭਰ ਕੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਦਇਆ ਨਿਧ ਕਲਗੀਧਰ ਪਾਤਸ਼ਾਹ ਨੇ ਸੂਰਬੀਰਾਂ ਬਹਾਦਰਾਂ ਯੋਧਿਆਂ ਦਾ ਖਾਲਸਾ ਪੰਥ ਸਾਜਿਆ। ਪੰਥ ਨੂੰ ਸ਼ਸਤਰ ਤੇ ਸ਼ਾਸਤਰ ਜੋਸ਼ ਤੇ ਹੋਸ਼ ਇਹ ਦੋਵੇਂ ਬਿਰਤੀਆਂ ਮੇਰੇ ਸਤਿਗੁਰਾਂ ਨੇ ਬਖਸ਼ੀਆਂ ਨੇ। ਸ਼ਸਤਰ ਦਾ ਗਿਆਨ ਵੀ ਬਖਸ਼ਿਆ ਤੇ ਸ਼ਾਸਤਰ ਦਾ ਗਿਆਨ ਵੀ ਬਖਸ਼ਿਆ।
ਪੰਥ ਦੇ 94 ਜਰਨੈਲਾਂ ਚੋਂ ਇੱਕ ਯੋਧੇ ਜਰਨੈਲ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ, ਉਹਨਾਂ ਦੀ ਵਾਰਤਾ, ਉਹਨਾਂ ਦੀ ਕਥਾ ਕੱਲ੍ਹ ਦੀ ਕਥਾ 'ਚ ਆਰੰਭ ਹੋਈ। ਮਾੜੀ ਕੰਬੋਕੀ ਪਿੰਡ ਦੇ ਵਿੱਚ ਤਰਖਾਣ ਪਰਿਵਾਰ ਵਿੱਚ ਭਾਈ ਸੁੱਖਾ ਸਿੰਘ ਦਾ ਜਨਮ ਹੋਇਆ। 12 ਕੁ ਸਾਲ ਦੀ ਉਮਰ ਦੇ ਵਿੱਚ ਖੰਡੇ ਬਾਟੇ ਦੀ ਪੌਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਕੀਤੀ। ਸਿੰਘਾਂ ਨਾਲ ਮੇਲ ਮਿਲਾਪ ਵਧਿਆ। ਉਦੋਂ ਤੁਰਕਾਂ ਦੀਆਂ ਫੌਜਾਂ ਕੋਲ ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ। ਇੱਕ ਦੋ ਵਾਰੇ ਸਿਪਾਹੀ ਘਰ ਆਏ ਲੈਣ, ਭਾਈ ਸੁੱਖਾ ਸਿੰਘ ਜੀ ਘਰ ਨਹੀਂ ਮਿਲੇ। ਮਾਂ-ਬਾਪ ਨੂੰ ਚਿੰਤਾ ਹੋਈ। ਨਸ਼ੀਲਾ ਪਦਾਰਥ ਖਵਾ ਕੇ ਭਾਈ ਸੁੱਖਾ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਜਾ ਕੇ ਉਹਨਾਂ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ। ਸਵੇਰੇ ਜਦੋਂ ਉੱਠੇ ਵੇਖਿਆ ਸਿਰ ਤੇ ਕੇਸ ਨਹੀਂ। ਸੁੱਖਾ ਸਿੰਘ ਦੇ ਮਨ 'ਚ ਇੰਨਾ ਰੋਸ ਆਇਆ, ਚਿੱਤ ਕੀਤਾ ਕਿ ਆਪਣੇ ਮਾਂ ਤੇ ਬਾਪ ਦੋਨਾਂ ਦਾ ਕਤਲ ਕਰ ਦਿਆਂ। ਸੋਚਿਆ ਇਹਨਾਂ ਨੂੰ ਮਾਰ ਕੇ, ਮਾਂ-ਬਾਪ ਨੂੰ ਮਾਰ ਕੇ ਵੱਡਾ ਪਾਪ ਹੈ। ਆਪ ਹੀ ਮਰ ਜਾਵਾਂ ਜੇ ਸਿੱਖੀ ਨਹੀਂ ਰਹੀ, ਕੇਸ ਹੀ ਨਹੀਂ ਰਹੇ ਸਿਰ ਤੇ। ਖੂਹ 'ਚ ਛਾਲ ਮਾਰੀ, ਲਾਗੇ ਘਰ ਦੇ ਖੂਹ ਸੀ। ਪਾਣੀ ਡੋਬਦਾ ਨਹੀਂ ਹੈ। ਬਥੇਰੀਆਂ ਪੁੱਠੀਆਂ ਸਿੱਧੀਆਂ ਛਾਲਾਂ ਵਿੱਚ ਮਾਰਨ, ਪਰ ਪਾਣੀ ਦੇ ਉੱਤੇ ਫਿਰ ਤਰ ਕੇ ਆ ਜਾਂਦੇ। ਇਹਨਾਂ ਨੂੰ ਸੁੱਖਾ ਸਿੰਘ ਦਾ ਭਾਈ ਵਿੱਚ ਲੈਣ ਲਈ ਨਿਕਲਿਆ, ਪਰ ਸੁੱਖਾ ਸਿੰਘ ਬਾਹਰ ਨਹੀਂ ਆਉਂਦਾ। ਇੱਕ ਸਿੰਘ ਉੱਥੇ ਪਹੁੰਚ ਗਿਆ। ਉਹਨੇ ਆਖਿਆ, ਸੁੱਖਾ ਸਿੰਘ, ਇੱਥੇ ਆਤਮ ਹੱਤਿਆ ਕਰਕੇ ਮਰਨ ਦੀ ਬਜਾਏ ਹੈ ਕਿਸੇ ਤੁਰਕ ਦੇ ਸਿਰੇ ਚੜ੍ਹ ਕੇ ਮਰਨਾ ਤਾਂ ਹੈ ਹੀ ਹੈ। ਇਹ ਸੁਣ ਕੇ ਸੁੱਖਾ ਸਿੰਘ ਦੇ ਮਨ ਦਾ ਨਿਸ਼ਚਾ ਹੋਰ ਵੱਜ ਗਿਆ ਕਿ ਜੇ ਮਰਨਾ ਹੁੰਦਾ ਤਾਂ ਇੱਥੇ ਮਾਰੀ ਜਾਂਦਾ। ਜਦੋਂ ਤੱਕ ਮੌਤ ਆਵੇ ਨਾ, ਉਦੋਂ ਤੱਕ ਕੋਈ ਮਾਰ ਨਹੀਂ ਸਕਦਾ। ਬਾਹਰ ਆਏ। ਉਸੇ ਸਿੰਘ ਨਾਲ ਜਾ ਕੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਕੋਲ ਖੰਡੇ ਬਾਟੇ ਦੀ ਪੌਲ ਸ਼ੱਕੀ ਸਿੰਘ ਸੱਜ ਗਏ। ਦਿਨਾਂ ਵਿੱਚ ਹੀ ਪੰਥ 'ਚ ਬਹੁਤ ਜ਼ਿਆਦਾ ਮਾਣ ਤੇ ਸਤਿਕਾਰ ਭਾਈ ਸੁੱਖਾ ਸਿੰਘ ਹੋਣਾ ਨੂੰ ਪ੍ਰਾਪਤ ਹੋਇਆ। ਕਈ ਮੱਲਾਂ ਮਾਰੀਆਂ। ਇਕੱਲੇ ਹੀ ਜਾ ਕੇ ਲਾਹੌਰ ਸ਼ਹਿਰ ਦਾ ਬਾਜ਼ਾਰ ਲੁੱਟ ਕੇ ਲੈ ਆਏ। ਕਾਫੀ ਸਮਾਂ ਜਦੋਂ ਲੰਘ ਗਿਆ, 12 ਸਾਲ ਦੀ ਉਮਰ 'ਚ ਇਹਨਾਂ ਦੀ ਸ਼ਾਦੀ ਮਾਂ-ਬਾਪ ਨੇ ਕਰ ਦਿੱਤੀ ਸੀ। ਮੁਕਲਾਵਾ ਲਿਆਉਣਾ ਸੀ। ਮਾਂ-ਬਾਪ ਆਉਂਦੇ ਆ, ਉਹਨਾਂ ਨੂੰ ਮੂੰਹ ਨਹੀਂ ਲਾਉਂਦੇ। ਅਖੀਰ ਬਾਬਾ ਸ਼ਾਮ ਸਿੰਘ ਹੋਣਾ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਮੁਕਲਾਵਾ ਤਾਂ ਲੈ ਆਵੇ, ਲੜਕੀ ਇਹਦੇ ਲੜ ਲਾਈ ਹੈ। ਭਾਈ ਸੁੱਖਾ ਸਿੰਘ ਜੀ, ਸ਼ਾਮ ਸਿੰਘ ਜੀ ਦਾ ਹੁਕਮ ਹੋਇਆ। ਪਰਿਵਾਰ 'ਚ ਗਏ, ਮੁਕਲਾਵਾ ਲੈ ਕੇ ਆਏ, ਸ਼ਾਦੀ ਹੋਈ। ਹੋਰ ਭਾਈ ਸੁੱਖਾ ਸਿੰਘ ਜੀ ਦੀ ਜਿਹੜੀ ਦਲੇਰੀ ਹੈ, ਉਹਨਾਂ ਦੀ ਸੂਰਬੀਰਤਾ ਹੈ। ਤਕਰੀਬਨ 2-3 ਦਿਨ ਲਗਾਤਾਰ ਭਾਈ ਸੁੱਖਾ ਸਿੰਘ ਜੀ ਦਾ ਇਤਿਹਾਸ ਚੱਲਣਾ ਹੈ। ਆਓ ਇਸ ਮਹਾਨ ਯੋਧੇ ਦਾ, ਮਹਾਨ ਜਰਨੈਲ ਦਾ ਇਤਿਹਾਸ ਸਰਵਣ ਕਰੀਏ। ਗੁਰੂ ਕੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਤ ਪਿਤਾ ਤਿਸ ਆਏ ਕੈ, ਸਿੰਘਨ ਤੇ ਸੋ ਕਹਾਏ। ਮਾਤਾ ਪਿਤਾ ਭਾਈ ਸੁੱਖਾ ਸਿੰਘ ਜੀ ਦੇ ਮਾੜੀ ਕੰਬੋਕੀ ਤੋਂ ਚੱਲ ਕੇ ਸਿੰਘਾਂ ਦੇ ਦਲ 'ਚ ਪਹੁੰਚੇ। ਉੱਥੇ ਜਥੇਦਾਰਾਂ ਨੂੰ, ਸਿੰਘਾਂ ਨੂੰ ਬੇਨਤੀ ਕੀਤੀ ਕਿ ਸੁੱਖਾ ਸਿੰਘ ਸਾਡੇ ਆਖੇ ਨਹੀਂ ਲੱਗਦਾ, ਸਾਨੂੰ ਤਾਂ ਮਿਲਣਾ ਨਹੀਂ ਚਾਹੁੰਦਾ, ਸਾਡੇ ਕੋਲੋਂ ਗਲਤੀ ਹੋਈ ਹੈ, ਪਰ ਹੁਣ ਅਸੀਂ ਆਪਣੀ ਗਲਤੀ ਦਾ ਪਛਤਾਵਾ ਕਰਦੇ ਹਾਂ। ਤੁਸੀਂ ਸੁੱਖਾ ਸਿੰਘ ਨੂੰ ਸਾਡੇ ਨਾਲ ਭੇਜੋ। ਉਸ ਵੇਲੇ ਜਦੋਂ ਸਿੰਘਾਂ ਦੇ ਕੋਲ ਜਾ ਕੇ ਮਾਤਾ ਪਿਤਾ ਨੇ ਬੇਨਤੀ ਕੀਤੀ, ਲੈ ਗਏ ਆਪਣੇ ਘਰ ਵਿਖੇ ਮੁਕਲਾਵਾ ਕਰਵਾਏ। ਸਿੰਘਾਂ ਨੇ ਕਹਿ ਦਿੱਤਾ, ਭਾਈ ਸੁੱਖਾ ਸਿੰਘ ਜੀ ਤੁਸੀਂ ਜਾਓ, ਜਿਹੜੀ ਲੜਕੀ ਤੁਹਾਡੇ ਪੱਲੇ ਲੱਗੀ ਹੈ, ਬਚਪਨ 'ਚ ਸ਼ਾਦੀ ਹੋਈ ਹੈ, ਉਹਦਾ ਜਾ ਕੇ ਮੁਕਲਾਵਾ ਲੈ ਆਓ। ਤੋ ਖਾਲਸੇ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ। ਪੰਥ ਦੀ ਬੜੀ ਸੇਵਾ ਕਰਦੇ ਭਾਈ ਸੁੱਖਾ ਸਿੰਘ ਜੀ ਪੰਥ ਦੀ ਆਗਿਆ 'ਚ ਚੱਲਦੇ ਸੀ। ਤੋ ਘਰ ਚਲੇ ਗਏ, ਜਾ ਕੇ ਮੁਕਲਾਵਾ ਲਿਆਂਦਾ।
ਚੋਪਈ ਅਬੀਰ ਸਵੇਰ ਸੋ ਕਰ ਮੈਂ ਜਾਵੇਂ। ਏਦਾਂ ਗ੍ਰਸਤੀ ਹੋ ਗਏ ਭਾਈ ਸੁੱਖਾ ਸਿੰਘ ਜੀ। ਹਨੇਰ ਸਵੇਰ ਜਦੋਂ ਕਿਤੇ ਮੌਕਾ ਲੱਗਦਾ ਹੈ ਆਪਣੇ ਨਗਰ ਮਾੜੀ ਕੰਬੋਕੀ ਚਲੇ ਜਾਂਦੇ ਹੋ, ਕਿਉਂਕਿ ਉੱਥੋਂ ਦਾ ਜਿਹੜਾ ਪੰਚ ਸੀ ਉਹ ਵੀ ਭਾਈ ਸੁੱਖਾ ਸਿੰਘ ਹੋਣਾ ਦਾ ਮਿੱਤਰ ਬਣ ਗਿਆ ਸੀ। ਤੋ ਇਸ ਕਰਕੇ ਹਨੇਰ ਸਵੇਰ ਜਦੋਂ ਕਿਤੇ ਮੌਕਾ ਲੱਗਦਾ, ਦਾ ਲੱਗਦਾ, ਭਾਈ ਸੁੱਖਾ ਸਿੰਘ ਜੀ ਆਪਣੇ ਪਿੰਡ ਪਰਿਵਾਰ 'ਚ ਜਾ ਆਉਂਦੇ। ਤੁਰਕਨ ਡਰ ਫਿਰ ਦਲ ਮੈਂ ਆਵੇਂ। ਪਰ ਤੁਰਕਾਂ ਦੀਆਂ ਫੌਜਾਂ ਲੱਭਦੀਆਂ ਫਿਰਦੀਆਂ ਸਨ, ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦੇ ਆ, ਏਦਾਂ ਸਿੰਘਾਂ ਦੀ ਭਾਲ ਕਰਦੇ ਸੀ। ਇਸ ਕਰਕੇ ਛੇਤੀ ਹੀ ਘਰੋਂ ਨਿਕਲ ਕੇ ਭਾਈ ਸੁੱਖਾ ਸਿੰਘ ਜੀ ਬਾਹਰ ਦਲ ਪੰਥ ਵਿੱਚ ਜੰਗਲ ਵਿੱਚ ਆ ਜਾਂਦੇ। ਸਮੋ ਪਾਏ ਉਸ ਬੇਟੀ ਪਈ। ਸਮਾਂ ਬਤੀਤ ਹੋਇਆ ਤੋ ਸਮਾਂ ਪਾ ਕੇ ਕਹਿੰਦੇ ਭਾਈ ਸੁੱਖਾ ਸਿੰਘ ਦੇ ਘਰ ਇੱਕ ਕੰਨਿਆ ਨੇ, ਇੱਕ ਲੜਕੀ ਨੇ ਜਨਮ ਲਿਆ। ਆਪ ਮੋਈ ਕੈ ਨਾਰ ਮਾਰ ਦਈ। ਹੁਣ ਉਹ ਭਾਈ ਸੁੱਖਾ ਸਿੰਘ ਜੀ ਤਾਂ ਬਾਹਰ ਹੀ ਰਹਿੰਦੇ ਜੰਗਲ 'ਚ, ਕਦੇ ਕਿਤੇ ਘਰ ਆਉਂਦੇ ਸੀ। ਕਹਿੰਦੇ ਉਹ ਲੜਕੀ ਮੁਰਦਾ ਪੈਦਾ ਹੋਈ ਜਾਂ ਉਹਨਾਂ ਵੇਲਿਆਂ 'ਚ ਮਾਈਆਂ ਦਾ ਕੁਝ ਸੁਭਾਅ ਹੁੰਦਾ ਸੀ, ਉਹ ਜਨਮ ਲੈਂਦੀਆਂ ਧੀਆਂ ਨੂੰ ਮਾਰ ਵੀ ਦਿੰਦੀਆਂ ਸਨ। ਭਾਈ ਰਤਨ ਸਿੰਘ ਜੀ ਕਹਿੰਦੇ ਇਹਦੇ ਬਾਰੇ ਪੂਰਾ ਸਪਸ਼ਟ ਨਹੀਂ ਹੈ ਵੀ ਉਹ ਤਾਂ ਕਹਿੰਦੀ ਸੀ ਵੀ ਮੈਂ ਨਹੀਂ ਮਾਰਿਆ, ਪਰ ਕਈ ਕਹਿੰਦੇ ਵੀ ਮਾਰਿਆ ਹੈ। ਹੁਣ ਉਹ ਲੜਕੀ ਜਿਹੜੀ ਕੰਨਿਆ ਹੋਈ ਘਰ ਵਿੱਚ, ਉਹ ਆਪ ਮਰੀ ਜਾਂ ਉਹਦੀ ਮਾਈ ਨੇ ਮਾਰ ਦਿੱਤੀ, ਇਹਦੇ ਬਾਰੇ ਨਹੀਂ ਪਤਾ। ਇਹ ਚਰਚਾ ਖਾਲਸੇ ਮੈਂ ਆਈ। ਪਰ ਉਹਦਾ ਦੋਸ਼ ਤਾਂ ਹੁਣ ਭਾਈ ਸੁੱਖਾ ਸਿੰਘ ਦੇ ਉੱਤੇ ਵੀ ਲੱਗਣਾ ਸੀ। ਉਹਦਾ ਪਰਿਵਾਰ ਜੋ ਸੀ, ਪਰਿਵਾਰ ਦੇ ਮੁਖੀ ਨੇ, ਭਾਵੇਂ ਕਿ ਭਾਈ ਸੁੱਖਾ ਸਿੰਘ ਜੀ ਉੱਥੇ ਨਹੀਂ ਸੀ। ਉਹ ਲੜਕੀ ਘਰ ਦੇ ਵਿੱਚ ਜਨਮ ਹੋਇਆ, ਉਹ ਕਿਹਨੇ ਮਾਰੀ ਜਾਂ ਮੁਰਦਾ ਪੈਦਾ ਹੋਈ, ਇਹਦੇ ਬਾਰੇ ਕਹਿੰਦੇ ਕੁਝ ਪਤਾ ਨਹੀਂ। ਪਰ ਪੰਥ ਵਿੱਚ ਜਦੋਂ ਇਹ ਗੱਲ ਆਈ, ਕਹਿੰਦੇ ਜਦੋਂ ਤੱਕ ਇਹ ਗੱਲ ਸਪਸ਼ਟ ਨਹੀਂ ਹੁੰਦੀ ਉਦੋਂ ਤੱਕ, ਕਿਉਂਕਿ ਕੁੜੀ ਮਾਰ ਦਾ ਸੰਗ ਨਹੀਂ ਕਰਨਾ, ਇਹ ਖਾਲਸੇ ਦਾ ਵਿਧਾਨ ਹੈ। ਭਾਵੇਂ ਕਿ ਸੁੱਖਾ ਸਿੰਘ ਦੀ ਘਰ ਵਾਲੀ ਨੇ ਮਾਰੀ ਹੈ ਜਾਂ ਉਹ ਮੁਰਦਾ ਪੈਦਾ ਹੋਈ, ਇਹਦੇ ਬਾਰੇ ਨਹੀਂ ਸੀ ਪਤਾ। ਪਰ ਸੁੱਖਾ ਸਿੰਘ ਜੀ ਦੇ ਉੱਤੇ ਉਸ ਪੰਥ ਨੇ ਫੈਸਲਾ ਜਿਹੜਾ ਉਹ ਕਾਰਵਾਈ ਇਸ ਤਰ੍ਹਾਂ ਕੀਤੀ। ਬਰਤਨ ਚੂਹਨ ਤੈ ਦਿਓ ਹਟਾਈ। ਆਖਿਆ ਸੁੱਖਾ ਸਿੰਘ ਦੇ ਭਾਂਡੇ ਵੱਖਰੇ ਕਰ ਦਿਓ। ਬਰਤਨ ਪੰਥ ਦੇ ਨਾਲ, ਕਿਉਂਕਿ ਹੁਣ ਜਦੋਂ ਇਹ ਦੋਸ਼ ਲੱਗ ਗਿਆ ਨਾ, ਤੇ ਸਿੰਘਾਂ ਦੇ ਵਿੱਚ ਇਹ ਗੱਲ ਬੜੀ ਖਿਆਲ ਰੱਖਿਆ ਜਾਂਦਾ ਸੀ ਕਿ ਨੜੀ ਮਾਰ, ਕੁੜੀ ਮਾਰ ਜਾਂ ਇਦਾਂ ਦੀਆਂ ਜਿਹੜੀਆਂ ਇਹ ਕੁਰੈਤਾਂ ਸਨ, ਇਹਦੇ ਬਾਰੇ ਬੜੇ ਸੁਚੇਤ ਹੋ ਕੇ ਖਾਲਸਾ ਵਿਚਾਰ ਕਰਦਾ ਸੀ। ਬੰਸ ਘਾਤ ਕਰਨਾ ਨਹੀਂ, ਯਹ ਸਿੰਘਨ ਕੀ ਰੀਤ। ਹੁਣ ਉਹ ਦੇਵਨੇਤ ਹੋਇਆ ਜਾਂ ਕੀ ਹੋਇਆ ਉਹਦੇ ਬਾਰੇ ਨਹੀਂ ਪਤਾ, ਪਰ ਪੰਥ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਇਹ ਗੱਲ ਸਪਸ਼ਟ ਨਹੀਂ ਹੁੰਦੀ ਉਦੋਂ ਤੱਕ ਸੁੱਖਾ ਸਿੰਘ ਦੇ ਜਿਹੜੇ ਭਾਂਡੇ ਨੇ ਉਹ ਪੰਥ ਨਾਲੋਂ ਵੱਖਰੇ ਹਨ। ਕਹੇ ਖਾਲਸਾ ਕੰਨਿਆ ਮਾਰੀ। ਖਾਲਸਾ ਕਹਿਣ ਲੱਗਾ ਕਿ ਭਾਵੇਂ ਤੇਰੀ ਘਰਵਾਲੀ ਨੇ ਕੰਨਿਆ ਮਾਰੀ ਹੈ, ਪਰ ਉਹ ਹੈ ਤਾਂ ਤੇਰੇ ਹੀ ਸਰੀਰ ਦਾ ਅਰਧਾਂਗਨਾ, ਅਰਧਾਂਗਣੀ ਹੈ ਤੇਰੀ, ਇਸ ਕਰਕੇ ਤੈਨੂੰ ਵੀ ਨਾਲ ਹੀ ਦੋਸ਼ੀ ਮੰਨਿਆ ਜਾਏਗਾ। ਰੀਤ ਖਾਲਸੇ ਕੀ ਹੈ ਬਿਗਾਰੀ। ਇਹ ਖਾਲਸੇ ਦੀ ਰੀਤ ਨਹੀਂ ਹੈ, ਇਹ ਪੰਥ ਦੀ ਮਰਿਆਦਾ ਨਹੀਂ ਹੈ ਕਿ ਕੰਨਿਆ ਮਾਰ ਦੇਣੀ, ਕੰਜਕਾਂ ਦਾ ਘਾਤ ਕਰਨਾ। ਪੰਥ ਖਾਲਸਾ ਮੁਖ ਨ ਲਗਾਵੇ। ਇਸ ਕਰਕੇ ਜਦੋਂ ਤੱਕ ਇਸ ਗੱਲ ਦਾ ਸਪਸ਼ਟ ਨਿਰਣਾ ਨਹੀਂ ਹੋ ਜਾਂਦਾ ਉਦੋਂ ਤੱਕ ਖਾਲਸੇ ਪੰਥ ਨੇ ਤੇਰੇ ਨਾਲ ਮੁਖ ਨਹੀਂ ਲਾਉਣਾ। ਕੁੜੀ ਮਾਰ ਕੈ ਦੂਰ ਬਿਠਾਵੇਂ। ਕਹਿਣ ਲੱਗੇ ਤੂੰ ਹੁਣ ਕੁੜੀ ਮਾਰਾਂ ਵਿੱਚ ਸ਼ਾਮਲ ਹੋ ਗਿਆ, ਇਹ ਤਾਂ ਬਾਅਦ ਵਿੱਚ ਫੈਸਲਾ ਹੋਵੇਗਾ, ਪਰ ਉਦੋਂ ਤੱਕ ਤੇਰੇ ਭਾਂਡੇ ਪੰਥ ਨਾਲੋਂ ਵੱਖਰੇ ਰਹਿਣਗੇ। ਵੇਖੋ ਭਾਈ ਸੁੱਖਾ ਸਿੰਘ ਦੀ ਹਲੀਮੀ, ਉਹ ਕਹਿ ਵੀ ਸਕਦੇ ਸਨ ਮੇਰਾ ਕੀ ਕਸੂਰ ਹੈ ਭਾਈ, ਮੈਂ ਤਾਂ ਉੱਥੇ ਹੈ ਨਹੀਂ ਸੀ ਮੌਜੂਦ, ਪਰ ਜੇ ਪੰਥ ਨੇ ਕਿਹਾ ਤੇ ਸਤ ਬਚਨ ਕਿਹਾ ਕਿ ਵਾਕਈ ਜੇ ਫੈਸਲਾ ਹੋ ਜਾਏਗਾ ਬਾਅਦ 'ਚ ਇਹ ਗੱਲ ਸਪਸ਼ਟ ਤਾਂ ਹੋ ਹੀ ਜਾਣੀ ਹੈ, ਤੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਪਰ ਇਹ ਥੋੜੀ ਆ ਵੀ ਪੰਥ ਦੇ ਉੱਤੇ ਉਹਨੇ ਉਂਗਲ ਚੁੱਕੀ। ਪੰਥ ਅੱਗੇ ਹੱਥ ਜੋੜ ਕੇ ਪੰਥ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਕੀਤਾ। ਬਖਸ਼ੇ ਨਾ ਖਾਲਸਾ ਬਿਨੇ ਕਰ ਰਿਓ। ਬੇਨਤੀ ਕੀਤੀ ਪਹਿਲਾਂ, ਪਰ ਹਾਲੇ ਖਾਲਸਾ ਕਹਿੰਦਾ ਹਾਲੇ ਸਮਾਂ ਨਹੀਂ ਹੈ। ਸੁੱਖਾ ਸਿੰਘ ਜੀ ਹਾਲੇ ਨਹੀਂ ਹੈ ਸਮਾਂ ਬਖਸ਼ਣ ਦਾ। ਖਾਏ ਅੰਦੇਸੋ ਸਿੰਘ ਕੋ ਗਇਓ। ਹੁਣ ਸੁੱਖਾ ਸਿੰਘ ਦੇ ਮਨ ਹੀ ਮਨ ਚਿੰਤਾ ਬੜੀ ਕਿ ਮੈਨੂੰ ਪੰਥ ਨੇ ਆਪਣੇ ਤੋਂ ਵੱਖਰਾ ਕੀਤਾ, ਭਾਂਡੇ ਵੱਖਰੇ ਕਰ ਦਿੱਤੇ ਆ ਮੇਰੇ, ਕੱਢਿਆ ਨਹੀਂ ਪੰਥ ਚੋਂ।
ਭਾਂਡੇ ਵੱਖਰੇ ਕੀਤੇ, ਪਰ ਮਨ 'ਚ ਬੜਾ ਅੰਦੇਸਾ, ਅੰਦਰੋਂ ਅੰਦਰ ਹੀ ਸੁੱਖਾ ਸਿੰਘ ਨੂੰ ਖਾਈ ਜਾਂਦਾ ਹੈ। ਜਿਤੀ ਚੜੀ ਤੀ ਸਿੰਘ ਕੀ ਬਾਤ, ਜਿੰਨੀ ਚੜ੍ਹਦੀ ਕਲਾ ਹੋਈ ਸੀ ਸੁੱਖਾ ਸਿੰਘ ਦੀ ਸੇਵਾ ਕਰਦਿਆਂ, ਤਿਤੀ ਉਸੈ ਪਈ ਨੀਚੀ ਜਾਤ। ਹੁਣ ਓਨਾ ਹੀ ਜ਼ਿਆਦਾ ਇੱਕ ਪ੍ਰਕਾਰ ਨਾਲ ਨਮੋਸ਼ੀ ਆ ਗਈ। ਸਾਰੇ ਪੰਥ ਦੇ ਵਿੱਚ ਜਦੋਂ ਵੱਖਰੇ ਹੋ ਗਏ ਤੇ ਮਨ ਦੇ ਵਿੱਚ ਓਨੀ ਨਮੋਸ਼ੀ ਆ ਗਈ। ਮਨ ਆਪਣੇ ਮੈਂ ਚਿੰਤਾ ਕਰੇ, ਮਨ ਹੀ ਮਨ ਸੁੱਖਾ ਸਿੰਘ ਦੇ ਚਿੰਤਾ ਆਉਂਦੀ। ਪਰਿਵਾਰ ਨਾਲੋਂ ਹੁਣ ਨਾਤਾ ਹੀ ਤੋੜ ਲਿਆ ਵੀ ਇਹ ਟੱਬਰ ਮੇਰਾ ਜਿਹੜਾ, ਮੇਰਾ ਇਹਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਪਹਿਲਾਂ ਮਾਂ-ਬਾਪ ਨੇ ਇਦਾਂ ਕੀਤਾ, ਹੁਣ ਅੱਗੋਂ ਇਦਾਂ ਦੀ ਆਹ ਖੇਡ ਵਰਤੀ ਹੋਈ ਕਿ ਨਹੀਂ ਹੋਈ, ਇਹ ਤਾਂ ਹੁਣ ਪਰਮੇਸ਼ਰ ਜਾਣੇ। ਪਰ ਮਨ ਦੇ ਵਿੱਚ ਸੁੱਖਾ ਸਿੰਘ ਜੀ ਦੇ ਚਿੰਤਾ ਆ ਗਈ। ਕਹਿਣ ਲੱਗੇ ਕਿ ਹੁਣ ਤਾਂ ਕੋਈ ਵੱਡਾ ਸੂਰਬੀਰਾਂ ਵਾਲਾ ਕੰਮ ਕਰੀਏ ਤਾਂ ਜੋ ਮੇਰੀ ਪੰਥ ਵਿੱਚ ਸ਼ਮੂਲੀਅਤ ਹੋ ਜਾਏ ਤੇ ਪੰਥ ਮੇਰੀਆਂ ਸਾਰੀਆਂ ਗਲਤੀਆਂ ਖਿਮਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਵੇ। ਹਾਂਜੀ, ਬਕੀ ਨਾ ਬੋਲੇ ਚੁੱਪ ਕਰ ਰਹੇ। ਭਾਈ ਸੁੱਖਾ ਸਿੰਘ ਜੀ ਹੁਣ ਬਹੁਤਾ ਕੁਝ ਬੋਲਦੇ ਨਹੀਂ, ਚੁੱਪ ਰਹਿੰਦੇ ਆ ਤੇ ਭਜਨ ਕਰਦੇ ਹਨ। ਦੋਹਰਾ ਅਹਿਮਦ ਸ਼ਾਹ ਲਾਹੌਰ ਮਲ ਪੜਿਓ ਦਿੱਲੀ ਕੇ ਰਾਏ। ਉਧਰ ਅਬਦਾਲੀ ਦੇ ਹਮਲੇ ਹੋ ਰਹੇ ਸਨ ਉਹਨਾਂ ਦਿਨਾਂ 'ਚ। ਅਬਦਾਲੀ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਲਾਹੌਰ ਤੇ ਕਬਜ਼ਾ ਕਰਕੇ ਅਬਦਾਲੀ ਦਿੱਲੀ ਨੂੰ ਰਵਾਨਾ ਹੋ ਗਿਆ। ਲਾਹੌਰ ਹਿਫਾਜ਼ਤ ਕਰਨ ਕੋ ਫੌਜ ਛੋੜ ਗਏ ਵਾਹੇ। ਲਾਹੌਰ ਤੇ ਪ੍ਰਬੰਧ ਕਰਨ ਲਈ ਅਬਦਾਲੀ ਨੇ ਆਪਣੇ ਕੁਝ ਪਠਾਨ ਗਿਲਜੇ ਜਿਹੜੇ ਸਨ ਉਹ ਉੱਥੇ ਲਾਹੌਰ ਵਿੱਚ ਛੱਡ ਦਿੱਤੇ। ਨਿਕਸੀ ਫੌਜ ਲਾਹੌਰ ਤੇ ਅਤ ਵੱਡ ਮਰਦ ਗਿਣਾਏ। ਹੁਣ ਕੁਝ ਸਮਾਂ ਅਬਦਾਲੀ ਉਧਰ ਦਿੱਲੀ ਵਾਲੀ ਰਿਹਾ। ਉਹਦੀਆਂ ਜਿਹੜੀਆਂ ਫੌਜਾਂ ਲਾਹੌਰ ਦਾ ਪ੍ਰਬੰਧ ਕਰਦੀਆਂ ਸੀ, ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਤੇ ਮਰਦ ਗਣਾਉਂਦੇ ਸੀ, ਅਬਦਾਲੀ ਦੇ ਸੂਰਮੇ, ਉਹ ਇੱਕ ਦਿਨ ਲਾਹੌਰ ਸ਼ਹਿਰ ਤੋਂ ਬਾਹਰ ਨਿਕਲੇ। ਜਿਵੇਂ ਸੈਰ ਕਰਨ ਜਾਂਦੇ ਨੇ ਇਦਾਂ ਸ਼ਸਤਰਧਾਰੀ ਹੋ ਕੇ ਉਹ ਕਵਾਇਦ ਕਰਦਿਆਂ ਬਾਹਰ ਨੂੰ ਨਿਕਲੇ। ਕਹਾਂ ਸਿੱਖ ਕਹਤੇ ਫਿਰੇ ਹਮਕੋ ਦਿਓ ਦਿਖਾਏ। ਉਹ ਲੋਕਾਂ 'ਚ ਕਹਿੰਦੇ ਫਿਰਦੇ ਆ ਵੀ ਸੁਣਿਆ ਤੁਹਾਡੇ ਇੱਥੇ ਪੰਜਾਬ ਦੀ ਧਰਤੀ ਤੇ ਬੜੇ ਯੋਧੇ ਕਹਾਉਂਦੇ ਨੇ ਸਿੱਖ, ਸਾਨੂੰ ਵਿਖਾਓ ਕਿਹੜੇ ਨੇ ਸਿੱਖ ਜਿਹੜੇ ਬੜੇ ਯੋਧੇ ਨੇ। ਅਬਦਾਲੀ ਦੀਆਂ ਫੌਜਾਂ ਉਹਨਾਂ, ਕਿਉਂਕਿ ਸਿੰਘ ਜਾ ਕੇ ਅਬਦਾਲੀ ਨੂੰ ਲੁੱਟਦੇ ਸੀ ਨਾ, ਨਾਦਰ ਨੂੰ ਵੀ ਲੁੱਟਦੇ ਸੀ, ਤੇ ਉਹ ਕੁਝ ਇਹ ਅਬਦਾਲੀ ਦੇ ਸੂਰਮੇ ਸਨ ਲਾਹੌਰ 'ਚ ਜਿਹੜੇ ਪ੍ਰਬੰਧ ਲਈ ਛੱਡੇ ਹੋਏ। ਉਹ ਕਹਿੰਦੇ ਅਸੀਂ ਵੇਖੀਏ ਤਾਂ ਸਹੀ ਵੀ ਸਿੰਘ ਹੁੰਦੇ ਕਿਹੋ ਜਿਹੇ ਨੇ। ਲੋਕਾਂ ਨੂੰ ਪੁੱਛਦੇ ਫਿਰਦੇ ਆ ਜਾ ਕੇ ਨਾ ਬਾਹਰ ਲਾਹੌਰ ਤੋਂ ਨੇੜੇ ਤੇੜੇ ਪਿੰਡਾਂ 'ਚ ਫਿਰ ਕੇ, ਮਾਝੇ ਦੇ ਇਲਾਕੇ 'ਚ, ਕਿ ਕਿੱਥੇ ਨੇ ਸਿੰਘ ਜਿਹੜੇ ਤੁਸੀਂ ਸੂਰਮੇ ਦੱਸਦੇ ਹੋ, ਸਾਨੂੰ ਵੀ ਵਿਖਾਓ। ਚੋਪਈ ਘੋੜੇ ਵੱਡੋ ਉਹ ਵੱਡੇ ਜਵਾਨ। ਹੁਣ ਇਹ ਜਿਹੜੇ ਪਠਾਨ ਸਨ ਇਹਨਾਂ ਦੇ ਘੋੜੇ ਬੜੇ ਬਲੀ ਸੀ, ਕਾਬਲੀ ਘੋੜੇ ਸਨ। ਫਿਰ ਆਪ ਬੜੇ ਬੜੇ ਜਵਾਨ ਯੋਧੇ ਸਨ। 7-7 ਫੁੱਟੇ, 6 ਫੁੱਟ ਤੋਂ ਘੱਟ ਕੱਦ ਨਹੀਂ ਸੀ ਕਿਸੇ ਦਾ। 7-7 ਫੁੱਟ ਦੇ ਨੇੜੇ ਉੱਚੇ ਲੰਮੇ ਪਠਾਨ ਸਨ। ਸਾਥ ਸ਼ਾਹ ਜੋ ਖਾਨਾ ਖਾਨ। ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸ਼ਾਹ ਸੀ ਖਾਨ ਖਾਨਾ। ਟੋਪ ਸੀਸ ਸੰਜੋ ਗਲ ਪਾਈ। ਇਹਨਾਂ ਨੇ ਸਿਰ ਤੇ ਟੋਪ ਪਾਏ ਹੋਏ ਨੇ ਲੋਹੇ ਦੇ, ਗਲ ਦੇ ਵਿੱਚ ਲੋਹੇ ਦੀਆਂ ਸੰਜੋਆਂ ਜਿਹੜੀਆਂ ਫੁਲਾਦ ਦੀਆਂ ਬਣੀਆਂ ਹੋਈਆਂ ਨੇ, ਲੋਹੇ ਦੇ ਟੋਪ ਤੇ ਬਖਤਰ ਪਾਏ ਹੋਏ ਨੇ। ਤੇੜ ਸੁੱਥਨ ਪੀ ਲੋਹੇ ਪਾਈ। ਤੇੜ ਯਾਨੀ ਕਿ ਲੱਤਾਂ ਦੇ ਉੱਤੇ ਵੀ ਨਾ ਲੋਹੇ ਨੁਮਾ ਸਲਵਾਰਾਂ ਜਿਹੜੀਆਂ ਹੁੰਦੀਆਂ ਉਹ ਵੀ ਲੋਹੇ ਦੀਆਂ, ਯਾਨੀ ਕਿ ਲੋਹੇ ਦੇ ਨਾਲ ਸਾਰਾ ਸਰੀਰ ਇਹਨਾਂ ਦਾ ਜਿਹੜਾ ਸੀ ਉਹ ਮੜਿਆ ਹੋਇਆ ਸੀ। ਪੈਰੀ ਨਾ ਲੈਣਾ ਦਸਤੀ ਦਸਤਾਨੇ। ਇੱਥੋਂ ਤੱਕ ਕਿ ਜਿਹੜੇ ਪੈਰਾਂ ਵਿੱਚ ਜੁੱਤੇ ਪਾਏ ਸੀ ਨਾ, ਉਹਨਾਂ ਉੱਤੇ ਵੀ ਬਾਹਰ ਲੋਹਾ ਮੜਿਆ ਹੋਇਆ ਸੀ। ਹੱਥਾਂ ਵਿੱਚ ਜਿਹੜੇ ਦਸਤਾਨੇ ਨੇ ਉਹਨਾਂ ਦੇ ਉੱਤੇ ਵੀ ਲੋਹਾ ਹੈ, ਪਰ ਉਹ ਲੋਹਾ ਜੰਜੀਰ ਨੁਮਾ ਜਿਵੇਂ ਹੁੰਦਾ ਨਾ, ਇਦਾਂ ਦੇ ਲੋਹੇ ਦੇ ਨਾਲ ਮੜੇ ਹੋਏ ਦਸਤਾਨੇ ਉਹ ਹੱਥਾਂ ਵਿੱਚ ਇਹਨਾਂ ਨੇ ਪਾਏ ਹੋਏ ਨੇ ਪਠਾਣਾ ਨੇ। ਘੋੜਨ ਪਰ ਵੱਡ ਬਰਗਸਤਾਨੇ। ਫਿਰ ਘੋੜਿਆਂ ਦੇ ਉੱਤੇ ਵੀ ਨਾ, ਘੋੜਿਆਂ ਨੂੰ ਰੱਖਿਆ ਕਰਨ ਵਾਸਤੇ ਘੋੜਿਆਂ ਦੀ ਛਾਤੀ ਦੇ ਉੱਤੇ, ਉਹਨਾਂ ਦੇ ਚਿਹਰੇ ਦੇ ਉੱਤੇ ਵੀ ਇਹਨਾਂ ਨੇ ਲੋਹੇ ਦੇ ਕੁਝ ਬਣਾ ਕੇ ਢਾਲਾਂ ਜੀਆਂ ਜਾਂ ਸੰਜੋਆਂ ਜੀਆਂ
ਉਹ ਘੋੜਿਆਂ ਦੇ ਉੱਤੇ ਵੀ ਪਾਈਆਂ ਹੋਈਆਂ ਨੇ। ਐਸੇ ਬੋ ਗਿਲਜੇ ਚੜਤਾਏ। ਇਦਾਂ ਦੇ ਗਿਲਜੇ ਸੀ ਇਹਨਾਂ ਨੇ, ਯਾਨੀ ਕਿ ਪੂਰੇ ਆਪਣੇ ਆਪ ਨੂੰ ਲੋਹੇ ਵਿੱਚ ਆਪਣੇ ਆਪ ਨੂੰ ਮੜਿਆ, ਆਪਣੇ ਘੋੜਿਆਂ ਨੂੰ ਮੜ ਕੇ ਲਾਹੌਰ ਤੋਂ ਨਿਕਲੇ ਲੱਭਣ ਵਾਸਤੇ ਵੀ ਵੇਖੀਏ ਸਿੰਘ ਕਿਹੋ ਜਿਹੇ ਹੁੰਦੇ ਨੇ। ਏਦਾਂ ਇਹ ਚੱਲ ਪਏ। ਸੰਗ ਕਸੂਰੀ ਪਠਾਨ ਲਿਆਏ। ਇਹਨਾਂ ਦੇ ਨਾਲ ਕਸੂਰ ਦੇ ਰਹਿਣ ਵਾਲੇ ਪਠਾਨ ਜਿਹੜੇ ਪਹਿਲਾਂ ਸਿੰਘਾਂ ਦੇ ਭੇਤੀ ਸੀ, ਇਹ ਉਹਨਾਂ ਨੂੰ ਵੀ ਨਾਲ ਲੈ ਕੇ ਆਏ। ਸੋਰਠਾ ਬੁੱਢੇ ਕੋਟ ਗਿਰਾਏ ਹੁਤੇ, ਸੋ ਸਿੰਘਨ ਕਰ ਕਣੇ। ਇਹ ਚੱਲ ਕੇ ਆਏ ਬੁੱਢੇ ਕੋਟ। ਬੁੱਢੇ ਕੋਟ ਨਗਰ ਦੇ ਵਿੱਚ ਕੁਝ ਸਿੰਘਾਂ ਦੇ ਘਰ ਸਨ। ਵੱਧ ਸਿੰਘ ਗਿਣਤੀ ਵਿੱਚ ਇਸ ਨਗਰ ਦੇ ਵਿੱਚ ਰਹਿੰਦੇ ਸਨ। ਹਲਕਾਰਨ ਸਿਲ ਕਰਾਏ, ਲਿਓ ਮਾਰ ਅਰ ਬੰਦ ਕਰ। ਇਹਨਾਂ ਨੇ ਕੀ ਕੀਤਾ? ਚੁਗਲਖੋਰਾਂ ਨੇ ਚੁਗਲੀ ਕੀਤੀ ਵੀ ਬੁੱਢੇ ਕੋਟ ਨਗਰ ਦੇ ਵਿੱਚ ਸਿੰਘ ਰਹਿੰਦੇ। ਇਹਨਾਂ ਨੇ ਪਹਿਲਾਂ ਉੱਥੇ ਆ ਕੇ ਹਮਲਾ ਕੀਤਾ, ਕੁਝ ਸਿੰਘਾਂ ਨੂੰ ਸ਼ਹੀਦ ਕੀਤਾ, ਕੁਝ ਸਿੰਘਾਂ ਨੂੰ ਇਹਨਾਂ ਨੇ ਬੰਦੀ ਬਣਾ ਲਿਆ। ਚੋਪਈ ਸਿੰਘ ਰਹਿਤ ਤੇ ਦਰਿਆ ਕਿਨਾਰੇ। ਸਿੰਘ ਉੱਥੇ ਨੇੜੇ ਦਰਿਆ ਦੇ ਕਿਨਾਰੇ ਹੀ ਰਹਿੰਦੇ ਸੀ, ਬਰੇਤੀ 'ਚ, ਜਾਂ ਜਿਹੜੇ ਦਰਿਆ ਦੇ ਕਿਨਾਰੇ ਛੰਭ ਹੁੰਦੀ ਹੈ, ਉਹਨਾਂ ਝਾੜਾਂ ਵਿੱਚ ਸਿੰਘ ਵਿਚਰਦੇ ਸਨ। ਗਿਲਜਨ ਲੱਖ ਸਿੰਘ ਹੋ ਗਏ ਪਾਰੇ। ਜਦੋਂ ਸਿੰਘਾਂ ਨੇ ਵੇਖਿਆ ਕਿ ਗਿਲਜੇ ਆ ਗਏ ਨੇ ਬੁੱਢੇ ਕੋਟ ਨਗਰ ਦੇ ਵਿੱਚ, ਤੇ ਸਿੰਘਾਂ ਨੂੰ ਖਬਰ ਮਿਲੀ, ਸਿੰਘ ਦਰਿਆ ਪਾਰ ਕਰਕੇ ਪਾਰਲੇ ਪਾਸੇ ਚਲੇ ਗਏ। ਤਬ ਗਿਲਜਨ ਕੋ ਗਰਬਾ ਆਇਆ। ਜਿਹੜੇ ਗਿਲਜੇ ਸੀ ਉਹ ਹੰਕਾਰ ਦੇ ਵਿੱਚ, ਹੈਂਕੜ ਵਿੱਚ, ਕਿ ਸਾਡੇ ਕੋਲੋਂ ਡਰ ਕੇ ਸਿੰਘ ਨੱਠ ਗਏ ਨੇ, ਸਾਨੂੰ ਮਿਲੇ ਨਹੀਂ ਹਨ, ਸੁਣਿਆ ਸੀ ਬੜੇ ਯੋਧੇ ਨੇ। ਉਹ ਗਿਲਜੇ ਜਿਹੜੇ ਸਨ ਉਹ ਬੜੇ ਹੰਕਾਰ ਦੇ ਵਿੱਚ, ਹੈਂਕੜ ਵਿੱਚ ਆਏ। ਲਿਖ ਸਿੰਘਨ ਕੀ ਔਰ ਪਠਾਇਆ। ਇਹਨਾਂ ਗਿਲਜਿਆਂ ਨੇ ਇੱਕ ਚਿੱਠੀ ਲਿਖ ਕੇ ਸਿੰਘਾਂ ਵੱਲ ਭੇਜੀ। ਆਪਣਾ ਇੱਕ ਹਲਕਾਰਾ ਸੱਦ ਕੇ ਉਹਦੇ ਹੱਥ ਇੱਕ ਚਿੱਠੀ ਲਿਖ ਕੇ ਸਿੰਘਾਂ ਦੇ ਨਾਂ ਤੇ ਭੇਜੀ। ਇਮ ਲਿਖ ਭੇਜਿਓ ਸਿੰਘਨ ਪਾਸ। ਚਿੱਠੀ ਵਿੱਚ ਏਦਾਂ ਇਹ ਲਿਖਤ ਕਰਕੇ ਗਿਲਜਿਆਂ ਨੇ ਭੇਜੀ। ਹਮ ਹੈ ਭਾਈ ਸ਼ਾਹ ਕੇ ਖਾਸ। ਕਹਿਣ ਲੱਗੇ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਖਾਸਮ ਖਾਸ ਸੂਰਮੇ ਆ। ਜਦੋਂ ਬਹੁਤ ਖਾਸ ਸੂਰਮਿਆਂ ਦੀ ਬਾਤ ਹੁੰਦੀ ਹੈ ਅਬਦਾਲੀ ਦਿਆਂ ਦੀ, ਤਾਂ ਉਹਨਾਂ ਵਿੱਚ ਸਾਡੀ ਗਿਣਤੀ ਹੁੰਦੀ ਹੈ। ਤੁਮ ਅਖਵਾਵਤ ਸਿੰਘ ਸਿਪਾਹੀ। ਤੁਹਾਨੂੰ ਵੀ ਸਿੰਘ ਕਹਿੰਦੇ ਆ, ਤੁਸੀਂ ਵੀ ਆਪਣੇ ਆਪ ਨੂੰ ਸਿੰਘ ਸਿਪਾਹੀ ਕਹਾਉਂਦੇ ਹੋ। ਹਮ ਦੇਖਨ ਤੁਮ ਆਏ ਲੜਾਈ। ਅਸੀਂ ਤੁਹਾਡੀ ਲੜਾਈ ਵੇਖਣ ਆਏ ਆ ਵੀ ਤੁਸੀਂ ਲੜਦੇ ਕਿਵੇਂ ਹੋ। ਸੁਣਿਆ ਵੀ ਤੁਸੀਂ ਸਿੰਘ ਸਿਪਾਹੀ ਹੋ, ਬੜੇ ਲੜਾਕੇ ਹੋ, ਅਸੀਂ ਤੁਹਾਡੀ ਲੜਾਈ ਵੇਖਣ ਆਏ ਆ। ਦੋਹਰਾ ਗਰਦ ਦੇਖ ਤੁਮ ਭਜ ਗਏ, ਭਏ ਦਰਿਆਵੋਂ ਪਾਰ। ਕਹਿਣ ਲੱਗਾ, ਇਹਨੇ ਲਿਖ ਕੇ ਭੇਜਿਆ ਗਿਲਜਨ, ਕਹਿੰਦਾ ਕਾਹਦੇ ਸੂਰਮੇ ਹੋ, ਸਾਡੇ ਤੇ ਘੋੜਿਆਂ ਦੀ ਮਿੱਟੀ ਜਿਹੜੀ ਉੱਡਦੀ ਗਰਦਾ ਵੇਖ ਕੇ ਤੁਸੀਂ ਭੱਜ ਗਏ ਹੋ। ਅਸੀਂ ਤਾਂ ਵੇਖਣ ਆਏ ਸੀ ਵੀ ਤੁਸੀਂ ਕਿਵੇਂ ਲੜਦੇ ਹੋ, ਪਰ ਤੁਸੀਂ ਕਾਹਦੇ ਸੂਰਮੇ ਹੋ? ਸਾਡੇ ਘੋੜਿਆਂ ਦੇ ਪੌੜਾਂ ਨਾਲ ਜਿਹੜੀ ਮਿੱਟੀ ਉੱਡੀ ਆ ਉਹ ਗਰਦਾ ਵੇਖ ਕੇ ਤੁਸੀਂ ਡਰ ਕੇ ਭੱਜ ਗਏ ਹੋ। ਝੂਠ ਕਹਾਇਓ ਸਿੰਘ ਤੁਮ, ਗੀਦੀ ਗੁਲਾਮ ਗਵਾਰ। ਇਹਨਾਂ ਨੇ ਵੀ ਲਿਖਿਆ, ਕਹਿੰਦਾ ਤੁਸੀਂ ਝੂਠਾ ਹੀ ਕਹਾਉਂਦੇ ਹੋ ਆਪਣੇ ਆਪ ਨੂੰ ਸਿੰਘ। ਤੁਸੀਂ ਸਿੰਘ ਨਹੀਂ, ਤੁਸੀਂ ਗੀਦੀ ਹੋ। ਤੁਸੀਂ ਆਪਣੇ ਆਪ ਨੂੰ ਗਿੱਦੜ ਕਹਾਓ, ਸਿੰਘ ਨਾ ਕਹਾਓ। ਸਿੰਘ ਥੋੜੀ ਭੱਜਦੇ ਆ। ਕਹਿੰਦੇ ਤੁਸੀਂ ਗੀਦੀ ਹੋ, ਗਵਾਰ ਹੋ। ਅਕੇ ਤੋ ਹਮ ਸੋ ਖੜ, ਤੁਸੀਂ ਆਏ ਕਰੋ ਦੋਏ ਹਾਥ। ਜਾਂ ਤਾਂ ਤੁਸੀਂ ਸਾਡੇ ਸਾਹਮਣੇ ਆ ਕੇ ਅੜ ਜਾਓ, ਖਲੋ ਜਾਓ, ਤੇ ਆ ਕੇ ਸਾਡੇ ਨਾਲ ਦੋ ਹੱਥ ਕਰੋ, ਫਿਰ ਮੰਨੀਏ ਵੀ ਤੁਸੀਂ ਸਿੰਘ ਹੋ। ਦੋਏ ਦੋਏ ਆਵੋ ਸਿੰਘ ਤੁਮ, ਇੱਕ ਇੱਕ ਦੁਰਾਨੀ ਸਾਥ। ਚਲੋ ਤੁਹਾਡੇ ਲਈ ਅਸੀਂ ਇੰਨਾ ਕਰ ਦਿੰਨੇ ਆ, ਜੇ ਤੁਸੀਂ ਡਰਦੇ ਹੋ ਵੀ ਤੁਸੀਂ ਦੋ ਸਿੰਘ ਭੇਜੋ ਤੇ ਅਸੀਂ ਇਧਰੋਂ ਇੱਕ ਦੁਰਾਨੀ ਭੇਜਾਂਗੇ, ਆਪਣਾ ਇੱਕ ਗਿਲਜਾ, ਇੱਕ ਪਠਾਨ। ਤੁਹਾਡੇ ਦੋ, ਸਾਡੇ ਵੱਲੋਂ ਇੱਕੋ ਗਿਲਜਾ ਸਾਡਾ ਪਠਾਨ ਆਵੇਗਾ। ਸਿੰਘਨ ਲਾਏ ਦੀਵਾਨ ਤਬ, ਭਾਈ ਲਿਖਤ ਸਭ ਵਾਚ। ਹੁਣ ਸਿੰਘ ਪਾਰਲੇ ਪਾਸੇ ਸੀ ਦਰਿਆ ਦੇ, ਸਿੰਘਾਂ ਦਾ ਦੀਵਾਨ ਲੱਗਾ, ਉਹਨਾਂ ਨੇ ਚਿੱਠੀ ਪੜ੍ਹੀ ਗਿਲਜਿਆਂ ਦੀ, ਜੋ ਗਿਲਜਿਆਂ ਨੇ ਅੱਗ ਲਾਉਣ ਨੂੰ ਲਿਖੀ ਸੀ ਵੀ ਤੁਸੀਂ ਕਾਹਦੇ ਸਿੰਘ ਹੋ, ਭੱਜ ਗਏ ਹੋ। ਤੁਸੀਂ ਤਾਂ ਸਾਡੇ ਘੋੜਿਆਂ ਦੀ ਮਿੱਟੀ ਉੱਡਦੀ ਵੇਖ ਕੇ, ਗਰਦਾ ਵੇਖ ਕੇ ਭੱਜ ਗਏ ਹੋ। ਤੁਸੀਂ ਸਿੰਘ ਨਹੀਂ, ਗੀਦੀ ਹੋ।
ਇਹ ਚਿੱਠੀ ਜਦੋਂ ਖਾਲਸੇ ਨੇ ਗਿਲਜਿਆਂ ਦੀ ਲਿਖੀ, ਅਫਗਾਨੀਆਂ ਦੀ ਲਿਖੀ ਪੜ੍ਹੀ, उत्तर उनको लिख पठियो हम तुम लरन इम साच। ਸਿੰਘਾਂ ਨੇ ਚਿੱਠੀ ਦਾ ਜਵਾਬ ਲਿਖਿਆ। ਜਵਾਬ 'ਚ ਲਿਖਿਆ ਕਿ ਗਿਲਜਿਓ, ਤੁਹਾਡਾ ਤੇ ਸਾਡਾ ਲੜਨਾ ਸੱਚ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਤੁਹਾਡਾ ਤੇ ਸਾਡਾ ਲੜਨਾ ਸੱਚ ਹੈ। चौपाई 10 ਦੁਰਾਨੀ ਤੁਮ ਇਤ ਤੇ ਆਇਓ। ਏਦਾਂ ਕਰੋ ਵੀ ਤੁਹਾਡੇ ਵੱਲੋਂ 10 ਦੁਰਾਨੀ ਪਠਾਨ ਆ ਜਾਣ, ਤੁਸੀਂ 10 ਜਣੇ 10 ਪਠਾਨ ਉਧਰੋਂ ਭੇਜ ਦਿਓ। ਹੱਥ ਬੰਦੂਕ ਤੁਮ ਵੱਡੀ ਫੜਾਇਓ। ਔਰ ਉਹਨਾਂ 10 ਸੂਰਮਿਆਂ ਦੇ ਹੱਥਾਂ ਵਿੱਚ ਵੱਡੀਆਂ ਬੰਦੂਕਾਂ ਫੜਾ ਕੇ ਤੇ ਭਰ ਕੇ ਭੇਜ ਦਿਓ। ਇਤ ਤੇ ਆਵੇਂ 5 ਪੁਚੰਗੇ। ਸਾਡੇ ਵੱਲੋਂ ਇਧਰੋਂ 5 ਸਿੰਘ ਆਉਣਗੇ ਜਿਨ੍ਹਾਂ ਦੇ ਹੱਥਾਂ ਵਿੱਚ 5 ਬੰਦੂਕਾਂ ਹੋਣਗੀਆਂ। ਤੁਸੀਂ ਉਧਰੋਂ 10 ਦੁਰਾਨੀ ਭੇਜੋ, 10 ਗਿਲਜੇ ਭੇਜੋ ਆਪਣੇ ਚੋਣਵੇਂ, ਤੇ 10 ਦੇ ਹੱਥਾਂ 'ਚ ਵੱਡੀਆਂ ਬੰਦੂਕਾਂ। ਸਾਡੇ ਵੱਲੋਂ ਇਧਰੋਂ 5 ਭੁਜੰਗੀ ਆਉਣਗੇ। ਹਾਂਜੀ, ਢਾਲ ਤਲਵਾਰਨ ਫੜ ਰਾਮ ਜੰਗੇ। ਉਹ ਵੀ ਢਾਲਾਂ ਤਲਵਾਰਾਂ ਲੈ ਕੇ ਤੇ ਵੱਡੇ ਰਾਮ ਜੰਗੇ ਬੰਦੂਕਾਂ ਲੈ ਕੇ ਆਉਣਗੇ। ਫਿਰ ਗਿਲ ਜਨਮ ਆਖ ਕਲਾਈ। ਤੇ ਸਾਡੇ 5 ਬੰਦੂਕਾਂ ਦੀਆਂ ਗੋਲੀਆਂ ਚਲਾਉਣਗੇ, ਤੁਹਾਡੇ 10 ਚਲਾਉਣ, ਸਾਡੇ 5 ਦੀ ਫਤਿਹ ਹੋਵੇਗੀ। ਜਦੋਂ ਗਿਲਜਿਆਂ ਨੂੰ ਇਹ ਜਵਾਬ ਭੇਜਿਆ ਸਿੰਘਾਂ ਨੇ, ਉਹਨਾਂ ਆਖਿਆ ਨਾ ਵੀ ਸਾਡਾ ਇੱਕ ਗਿਲਜਾ ਆਉਂਦਾ, ਤੁਸੀਂ 2 ਭੇਜੋ। ਸਿੰਘ ਕਹਿੰਦੇ ਤੁਸੀਂ 10 ਭੇਜੋ, ਸਾਡੇ 5 ਆਉਣਗੇ। ਬੰਦੂਕਾਂ ਫੜਾ ਦਿਓ ਆਮੋ ਸਾਹਮਣੇ, ਵੇਖੋ ਕੌਣ ਜਿੱਤਦਾ ਤੇ ਕੌਣ ਹਾਰਦਾ। ਜਦੋਂ ਇਹ ਚਿੱਠੀ ਗਿਲਜਿਆਂ ਦੇ ਕੋਲ ਸਿੰਘਾਂ ਦੀ ਪਹੁੰਚੀ, ਉਹਨਾਂ ਨੇ ਪੜ੍ਹ ਕੇ ਵੇਖੀ। ਹਮ ਫੜ ਲੜੇ ਨਾ ਬੰਦੂਕ ਲੜਾਈ। ਉਹ ਅੱਗੋਂ ਬੋਲੇ, ਕਹਿੰਦੇ ਅਸੀਂ ਬੰਦੂਕਾਂ ਦੀ ਲੜਾਈ ਨਹੀਂ ਲੜਨੀ ਤੁਹਾਡੇ ਨਾਲ ਖਾਲਸਿਓ, ਅਸੀਂ ਬੰਦੂਕ ਦੇ ਨਾਲ ਨਹੀਂ ਤੁਹਾਡੇ ਨਾਲ ਲੜਨਾ। ਛੁਰੀ ਕਟਾਰੀ ਸ਼ਮਸ਼ੀਰ ਫੜ ਆਵੇਂ। ਕਹਿੰਦੇ ਅਸੀਂ ਤਾਂ ਹੱਥੋਂ ਹੱਥ ਲੜਾਈ ਲੜਨੀ ਆ, ਜਾਂ ਛੁਰੀ ਕਟਾਰ ਤੇ ਤਲਵਾਰ ਲੈ ਕੇ, ਇਹਦੇ ਨਾਲ ਤੁਹਾਡੇ ਨਾਲ ਅਸੀਂ ਲੜਨਾ ਚਾਹੁੰਦੇ ਆ, ਬੰਦੂਕਾਂ ਨਾਲ ਨਹੀਂ ਤੁਹਾਡੇ ਨਾਲ ਲੜਾਈ ਕਰਨੀ। ਤੀਰ ਬੰਦੂਕ ਹਮਨੇ ਲੈ ਆਵੇਂ। ਅਸੀਂ ਆਪਣੇ ਨਾਲ ਨਾ ਤੀਰ ਲੈ ਕੇ ਆਵਾਂਗੇ ਤੇ ਨਾ ਬੰਦੂਕਾਂ ਲੈ ਕੇ ਆਵਾਂਗੇ। ਅਸੀਂ ਲੈ ਕੇ ਆਵਾਂਗੇ ਤਲਵਾਰਾਂ, ਅਸੀਂ ਲੈ ਕੇ ਆਵਾਂਗੇ ਕਟਾਰਾਂ, ਅਸੀਂ ਲੈ ਕੇ ਆਵਾਂਗੇ ਛੋਟੇ ਜਿਹੜੇ ਸ਼ਸਤਰ ਹੁੰਦੇ ਆ ਕਮਰ ਕੱਸੇ ਦੇ, ਉਹ ਲੈ ਕੇ ਆਵਾਂਗੇ। ਤੇਗ ਕਟਾਰੀ ਛੁਰੀ ਤੁਮ ਫੜੋ। ਤੇ ਤੁਸੀਂ ਵੀ ਤਲਵਾਰਾਂ, ਤੇਗਾਂ ਤੇ ਛੁਰੀਆਂ ਲੈ ਕੇ ਆਓ। ਬੰਦੂਕ ਕਮਾਨ ਆਵੋ ਘਰ ਤਰੋ। ਤੇ ਤੁਸੀਂ ਵੀ ਆਪਣੀ ਕਮਾਨ ਤੇ ਬੰਦੂਕ ਪਿੱਛੇ ਘਰ ਛੱਡ ਆਓ। ਅਸੀਂ ਵੀ ਨਹੀਂ ਲੈ ਕੇ ਆਉਂਦੇ, ਤੇ ਆਪਾਂ ਹੱਥੋਂ ਹੱਥ ਲੜਾਈ ਲੜਾਂਗੇ ਤਲਵਾਰ ਤੇ ਢਾਲ ਦੀ। ਆਗੇ ਖਾਲਸੇ ਲਿਖੇ ਕਰਾਰ। ਅੱਗੋਂ ਸਿੰਘਾਂ ਨੇ ਫਿਰ ਕਰਾਰ ਲਿਖਿਆ, ਫਿਰ ਚਿੱਠੀ ਲਿਖੀ। ਹਮ ਤੋ ਲੜੇ ਬੰਦੂਕ ਸੰਭਾਰ। ਸਿੰਘ ਕਹਿੰਦੇ ਅਸੀਂ ਨਹੀਂ ਲੜਦੇ ਤਲਵਾਰਾਂ ਨਾਲ, ਅਸੀਂ ਤਾਂ ਬੰਦੂਕਾਂ ਨਾਲ ਲੜਾਂਗੇ ਤੁਹਾਡੇ ਨਾਲ। ਸਿੰਘਾਂ ਨੇ ਫਿਰ ਜਵਾਬ ਭੇਜ ਦਿੱਤਾ। ਸਿੰਘਾਂ ਨੂੰ ਵੀ ਪਤਾ ਸੀ ਵੀ ਲੋਹੇ ਨਾਲ ਮੜੇ ਨੇ, ਤਲਵਾਰ ਲੈ ਕੇ ਲੜਨਾ ਉਹਨਾਂ ਨਾਲ ਔਖਾ ਹੋਣਾ ਸੀ। ਸਿੰਘਾਂ ਨੇ ਵੀ ਨੀਤੀ ਵਰਤੀ ਵੀ ਅਸੀਂ ਬੰਦੂਕ ਨਾਲ, ਉਹ ਡਰਦੇ ਸੀ ਬੰਦੂਕਾਂ ਤੋਂ ਵੀ ਬੰਦੂਕ ਦੀਆਂ ਗੋਲੀਆਂ ਨੇ ਸਾਡੀਆਂ ਜਿਹੜੀਆਂ ਅਸੀਂ ਸੰਜੋਹਾਂ ਪਾਈਆਂ ਨੇ ਤਾਂ ਤੋੜ ਕੇ ਰੱਖ ਦੇਣੀਆਂ ਨੇ, ਗੋਲੀ ਕਿੱਥੇ ਛੱਡਦੀ। ਉਹ ਤਾਂ ਡਰਦੇ ਸੀ। ਉਹ ਕਹਿਣ ਤਲਵਾਰ ਢਾਲ ਨਾਲ ਲੜਨਾ, ਸਿੰਘ ਕਹਿਣ ਅਸੀਂ ਤਾਂ ਬੰਦੂਕਾਂ ਨਾਲ ਹੀ ਲੜਾਂਗੇ। ਸ਼੍ਰੀ ਸਤਿਗੁਰ ਨੇ ਹਮੇ ਫਰਮਾਇਆ। ਸਤਿਗੁਰੂ ਜੀ ਦਾ ਵੀ ਸਾਨੂੰ ਹੁਕਮ ਹੈ, ਸਾਡੇ ਕਲਗੀਧਰ ਜੀ ਦਾ। ਦੁਸ਼ਟ ਮਾਰਨ ਰਾਮ ਜੰਗੋ ਫੜਾਇਆ। ਉਹਨਾਂ ਨੇ ਆਖਿਆ ਜਿਹੜੇ ਆ ਵੱਡੇ ਦੁਸ਼ਟ ਮਲੇਛ ਨੇ, ਇਹਨਾਂ ਨੂੰ ਮਾਰਨ ਵਾਸਤੇ ਤੁਸੀਂ ਇਹ ਰਾਮ ਜੰਗੇ ਫੜਨੇ। ਸਿੰਘ ਬੰਦੂਕ ਨੂੰ ਰਾਮ ਜੰਗਾ ਕਹਿੰਦੇ ਆ ਨਾ, ਕਹਿੰਦੇ ਸਾਨੂੰ ਤਾਂ ਸਤਿਗੁਰਾਂ ਨੇ ਫਰਮਾਇਆ ਕਿ ਇਹਨਾਂ ਦੁਸ਼ਟਾਂ ਨੂੰ ਮਾਰਨ ਵਾਸਤੇ ਰਾਮ ਜੰਗੇ ਫੜਦੇ ਹਨ। ਇਤ ਉਤ ਤੇ ਯੋਂ ਕਰੇ ਕਰਾਰ। ਇਦਾਂ ਦੋਹਾਂ ਪਾਸਿਓਂ ਚਿੱਠੀਆਂ ਆਉਂਦੀਆਂ ਜਾਂਦੀਆਂ ਰਹੀਆਂ। ਇਧਰੋਂ ਸਿੰਘ ਭੇਜਦਿਆ ਕਰਨ, ਉਧਰੋਂ ਉਹ ਗਿਲਜੇ ਪਠਾਨ ਦੁਰਾਨੀ ਭੇਜਦਿਆ ਕਰਨ। ਕੋਈ ਨਾ ਮਾਨੇ ਦੁਬਿਧਾ ਧਾਰ। ਹੁਣ ਨਾ ਸਿੰਘ ਮੰਨਣ ਉਹਨਾਂ ਦੀ, ਉਹ ਨਾ ਸਿੰਘਾਂ ਦੀ ਮੰਨਣ, ਏਦਾਂ ਦੁਬਿਧਾ ਬਣ ਗਈ ਦੋਹੀਂ ਪਾਸੀ। ਦੋਹਰਾ ਗਿਲਜੇ ਜ਼ੋਰ ਸੰਜੋਏ ਕੇ ਉਹਲੇ ਲੜੇ ਵਿਚਾਰ। ਜਿਹੜੇ ਗਿਲਜੇ ਸੀ ਦੁਰਾਨੀ ਅਬਦਾਲੀ ਦੇ ਸੂਰਮੇ, ਇਹਨਾਂ ਨੂੰ ਸੰਜੋਹਾਂ ਦਾ ਬਲ ਸੀ, ਆਪਣੇ ਸਰੀਰਾਂ ਤੇ ਪਾਈਆਂ ਜਿਹੜੀਆਂ ਸੰਜੋਹਾਂ ਸਨ, ਟੋਪ ਸਨ, ਉਹਨਾਂ ਦੇ ਬਲ ਤੇ ਓਲੇ ਦੇ ਸਾਹਮਣੇ ਲੜਨਾ ਚਾਹੁੰਦੇ ਸੀ। ਡਰੇ ਰਾਮ ਜੰਗੇ
ਖਾਲਸੇ ਜੁਤ ਸੰਜੋਏ ਨ ਦੇਵੇਂ ਮਾਰ। ਇਹ ਖਾਲਸੇ ਦੀਆਂ ਬੰਦੂਕਾਂ ਤੋਂ ਡਰਦੇ ਸੀ। ਇਹਨਾਂ ਨੂੰ ਇਹ ਸੀ ਵੀ ਇਹਨਾਂ ਨੇ ਸੰਜੋਆਂ ਸਮੇਤ ਹੀ ਮਾਰ ਦੇਣਾ। ਬੰਦੂਕਾਂ ਦੇ ਨਾਲ ਨਿਸ਼ਾਨ 'ਚ ਹੀ ਬੜੇ, ਸਿੰਘਾਂ ਵਰਗਾ ਨਿਸ਼ਾਨ 'ਚ ਹੀ ਨਹੀਂ ਸੀ ਕੋਈ। ਵੀ ਮੰਨ ਲਓ ਕਿਤੇ ਆਵਾਜ਼ ਵੀ ਸੁਣ ਲੈਂਦੇ ਤੇ ਸੁਣ ਕੇ ਆਵਾਜ਼ ਵਾਲੀ ਜਗ੍ਹਾ ਤੇ ਗੋਲੀ ਮਾਰਦੇ ਤਾਂ ਵੀ ਉੱਥੇ ਨਿਸ਼ਾਨੇ ਨੂੰ ਵੱਜਦੀ ਸੀ ਗੋਲੀ। ਸਿੰਘਾਂ ਵਰਗਾ ਬੰਦੂਕ 'ਚ ਹੀ ਨਹੀਂ ਸੀ ਕੋਈ। ਇਹ ਪਤਾ ਸੀ ਨਾ ਦੁਰਾਨੀਆਂ ਨੂੰ ਵੀ ਇਹਨਾਂ ਨੇ ਤਾਂ ਸਾਨੂੰ ਸੰਜੋਆਂ ਸਮੇਤ ਗੋਲੀਆਂ ਨਾਲ ਮਾਰ ਦੇਣਾ ਹੈ। ਪ੍ਰਾਤ ਹੋਤ ਇੱਕ ਆਖੜੋ ਹਲਕਾਰੋ ਦਿਓ ਕਲਾਏ। ਗੱਲ ਕੀ ਰਾਤ ਬੀਤ ਗਈ ਏਦਾਂ ਹੀ, ਅਗਲਾ ਦਿਨ ਚੜ ਗਿਆ ਤੇ ਇੱਕ ਦੁਰਾਨੀ ਉਹ ਦਰਿਆ ਪਾਰ ਕਰਕੇ ਉਰਲੇ ਪਾਸੇ ਆ ਗਿਆ। ਅਬਦਾਲੀਆਂ ਦਾ ਵੱਡਾ ਪਠਾਨ ਸੀ, ਉੱਚਾ ਲੰਮਾ 7 ਫੁੱਟਾ ਪਠਾਨ ਸੀ, ਜਰਨੈਲ ਸੀ। ਉਹ ਆ ਗਿਆ ਉਰਲੇ ਪਾਸੇ ਤੇ ਉਹਨੇ ਇੱਕ ਹਲਕਾਰਾ ਭੇਜਿਆ। ਕਹਿੰਦਾ ਹੁਣ ਸਿੱਧਾ ਸੁਨੇਹਾ ਲੈ ਕੇ ਜਾ, ਚਿੱਠੀ ਲਿਖਣ ਦਾ ਟਾਈਮ ਨਹੀਂ ਹੈ। ਆਪਣਾ ਇੱਕ ਹਲਕਾਰਾ ਸੀ, ਉਹਦੇ ਨਾਲ ਉਹਨੂੰ ਭੇਜਿਆ ਸਿੰਘਾਂ ਵੱਲ। ਜੇ ਤੁਮ ਮੈਂ ਕੋ ਮਰਦ ਹੈ ਤੋ ਲੜੋ ਇਕੇਲੋ ਆਏ। ਕਹਿਣ ਲੱਗੇ ਵੀ ਜਾ ਕੇ ਕਹਿ ਉਹ ਖੜਾ ਸਾਹਮਣੇ ਗਿਲਜਾ ਆਇਆ ਤੁਹਾਡੇ ਵੱਲ। ਜੇ ਤੁਹਾਡੇ 'ਚ ਕੋਈ ਮਰਦ ਹੈ, ਮਰਦ ਸੂਰਮਾ, ਤੇ ਉਹ ਇਕੱਲੇ ਨੂੰ ਆ ਕੇ ਇਕੱਲਾ ਲੜੇ। ਜੇ ਤੁਹਾਡੇ 'ਚ ਕੋਈ ਸੂਰਮਾ, ਅਸੀਂ ਤਾਂ ਤਲਵਾਰ ਢਾਲ ਨਾਲ ਹੀ ਲੜਨਾ, ਬੰਦੂਕ ਨਾਲ ਨਹੀਂ। ਜੇ ਤੁਹਾਡੇ ਸਿੰਘਾਂ ਵਿੱਚ ਕੋਈ ਮਰਦ ਹੈ ਤਾਂ ਉਹ ਆਵੇ, ਆ ਕੇ ਮੇਰੇ ਇਕੱਲੇ ਨਾਲ ਲੜ ਲਵੇ। ਚੌਪਾਈ ਛੁਰੀ ਕਟਾਰੀ ਤੇ ਗਨ ਸਾਥ। ਲੜਾਂਗੇ ਛੁਰੀ ਨਾਲ, ਲੜਾਂਗੇ ਕਟਾਰ ਨਾਲ, ਲੜਾਂਗੇ ਤਲਵਾਰ ਨਾਲ, ਪਰ ਬੰਦੂਕ ਨਾਲ ਨਹੀਂ। ਤਲਵਾਰ, ਕਟਾਰ ਜਾਂ ਛੋਟੀਆਂ ਕਰਦਾਂ ਹੁੰਦੀਆਂ, ਵਿਛੂਏ ਹੁੰਦੇ ਆ, ਪੇਸ਼ ਕਬਜ ਹੁੰਦੇ ਆ, ਕਹਿੰਦਾ ਇਹਨਾਂ ਨਾਲ ਲੜਾਂਗੇ। ਆਨ ਕਰੇ ਅਮ ਸੋ ਦੋ ਹਾਥ। ਆਵੇ ਤੁਹਾਡੇ ਸਿੰਘਾਂ ਵਿੱਚੋਂ ਕਿਹੜਾ ਕੋਈ ਸੂਰਮਾ ਮਰਦ ਹੈ, ਦਲੇਰ, ਜਿਹੜਾ ਆ ਕੇ ਮੇਰੇ ਨਾਲ 2 ਹੱਥ ਕਰੇ। ਨਹੀਂ ਲੜੋ ਤੋ ਗੀਦੀ ਅਖਵਾਵੋ। ਜੇ ਹੁਣ ਨਹੀਂ ਲੜਦੇ ਤਾਂ ਫਿਰ ਮੈਂ ਤੁਹਾਨੂੰ ਸਿੰਘ ਨਹੀਂ ਕਹਾਂਗਾ। ਅੱਜ ਤੋਂ ਬਾਅਦ ਤੁਸੀਂ ਸਿੰਘ ਨਾ ਕਹਾਇਓ। ਅੱਜ ਤੋਂ ਬਾਅਦ ਆਪਣੇ ਨਾਮ ਦੇ ਨੂੰ ਸਿੰਘ ਹਟਾ ਕੇ ਗੀਦੀ ਕਹਾਉਣ ਲੱਗ ਪਓ ਵੀ ਤੁਸੀਂ ਗੀਦੀ ਹੋ, ਬੁਜਦਲ ਹੋ, ਕਾਇਰ ਹੋ, ਸਿੰਘ ਨਾ ਕਹਾਇਓ ਅੱਜ ਤੋਂ ਬਾਅਦ। ਨਾਮ ਸਿੰਘ ਤੁਮ ਕੂੜ ਸਦਾਵੋ। ਤੁਸੀਂ ਇਹ ਕਹਿ ਦਿਓ ਕਿ ਸਾਡਾ ਜਿਹੜਾ ਨਾਂ ਸਿੰਘ ਹੈ ਇਹ ਝੂਠਾ ਹੈ, ਅਸੀਂ ਸਿੰਘ ਨਹੀਂ ਹੁੰਦੇ, ਅਸੀਂ ਗੀਦੀਆਂ। ਇਹ ਕਹਿ ਦਿਓ ਜੇ ਨਹੀਂ ਲੜਨਾ ਮੇਰੇ ਨਾਲ ਆ ਕੇ। ਲੈ ਲੈ ਨਾਮ ਸਿੰਘ ਤਦਕਾਰੇ। ਉਹ ਕਹਿੰਦੇ ਨਾਂ ਸਿੰਘ ਲੈ ਲੈ ਕੇ ਤੁਹਾਨੂੰ ਆਵਾਜ਼ਾਂ ਮਾਰਦੇ ਨੇ। ਕਹੇ ਲਿਖੋ ਤੁਮ ਹਮ ਸੰਗ ਹਾਰੇ। ਕਹਿੰਦਾ ਜੇ ਨਹੀਂ ਲੜਨਾ ਤੇ ਲਿਖੋ, ਲਿਖਤ ਕਰਕੇ ਭੇਜੋ ਆਪਣੇ ਹੱਥਾਂ ਨਾਲ ਕਿ ਅਸੀਂ ਆਪਣੇ ਆਪ ਨੂੰ ਅੱਜ ਤੋਂ ਬਾਅਦ ਸਿੰਘ ਨਹੀਂ ਕਹਾਵਾਂਗੇ, ਅਸੀਂ ਗੀਦੀ ਆ ਤੇ ਅਸੀਂ ਅਬਦਾਲੀ ਦੇ ਸੂਰਮਿਆਂ ਤੋਂ ਹਾਰ ਮੰਨਦੇ ਹਾਂ। ਜੇ ਨਹੀਂ ਲੜਨਾ ਤੇ ਫਿਰ ਆਹ ਲਿਖਤ ਕਰਕੇ ਮੇਰੇ ਕੋਲ ਭੇਜੋ। ਗੁਰੂਆਂ ਕੀ ਸੋ ਸੁਗੰਧੈ ਦਏ। ਕਹਿਣ ਲੱਗਾ ਉਹ ਤੁਹਾਨੂੰ ਤੁਹਾਡੇ ਗੁਰੂਆਂ ਦੀ ਕਸਮ ਹੈ, ਜੇ ਤੁਸੀਂ ਸਿੰਘ ਹੋ, ਸੂਰਮੇ ਹੋ, ਤੇ ਆ ਕੇ ਮੇਰੇ ਨਾਲ 2 ਹੱਥ ਕਰਕੇ ਲੜੋ। ਹਮ ਸੋ ਹੱਥ ਜਵਾਨ ਨ ਕਏ। ਕਹਿੰਦੇ ਕਿਹੜਾ ਜਵਾਨ ਆ ਜਿਹੜਾ ਤੁਹਾਡੇ ਵਿੱਚੋਂ ਆ ਕੇ ਮੇਰੇ ਨਾਲ ਹੱਥ ਪਕੜੇ। ਜੋ ਲੜ ਮਰਨ ਕੋ ਮੋਹਰੇ ਜਾਵੇ। ਜਿਹੜਾ ਲੜ ਮਰਨ ਵਾਸਤੇ ਮੂਹਰੇ ਜਾਵੇ। ਮਾਤ ਪਿਤਾ ਤਿਸ ਧਨ ਕਹਾਵੇ। ਕਹਿੰਦੇ ਜਿਹੜਾ ਸੂਰਮਾ ਜੰਗ ਦੇ ਮੈਦਾਨ 'ਚ ਮੂਹਰੇ ਹੋ ਕੇ ਲੜਦਾ, ਉਹਦੀ ਮਾਤਾ ਤੇ ਪਿਤਾ ਧਨ ਹੁੰਦੇ ਆ। ਲੋਕ ਕਹਿੰਦੇ ਇਸ ਸੂਰਮੇ ਦੇ ਮਾਂ-ਬਾਪ ਧਨ ਨੇ। ਜੋ ਕੋ ਲੜਨੋਂ ਲੁਕ ਛਪ ਰਹੇ। ਜਿਹੜਾ ਲੜਨ ਤੋਂ ਬਚ ਰਵੇ, ਲੁਕ ਛਿਪ ਕੇ ਰਹੇ। ਮਾਤ ਪਿਤਾ ਤਿਸ ਲੱਜਤ ਰਹੇ। ਲੋਕ ਕਹਿੰਦੇ ਇਹਦੀ ਮਾਂ ਤੇ ਬਾਪ ਨੂੰ ਤਰਕਾਰ ਹੈ, ਲਾਹਨਤ ਹੈ ਜਿਹਦਾ ਪੁੱਤਰ ਗੀਦੀ ਤੇ ਕਾਇਰ ਹੈ। ਧਰਮ ਯੁੱਧ ਜਿਮ ਅੱਗੇ ਕਮਾਵਤ। ਜਿਵੇਂ ਤੁਸੀਂ ਅੱਗੇ ਧਰਮ ਯੁੱਧ ਕਮਾਉਂਦੇ ਰਹੇ ਹੋ, ਉਹੀ ਤੋਰ ਤੁਮ ਕਿਉਂ ਨੈ ਆਵਤ। ਕਹਿੰਦਾ ਸੁਣਿਆ ਸੀ ਤੁਹਾਡੇ ਬਾਰੇ ਬੜੇ ਸੂਰਮੇ ਹੁੰਦੇ ਹੋ, ਅੱਜ ਕਿੱਥੇ ਤੁਹਾਡੀ ਉਹ ਸੂਰਮਤਾਈ। ਅੱਜ ਉਹ ਧਰਮ ਯੁੱਧ ਤੁਸੀਂ ਕਿਉਂ ਨਹੀਂ ਸਮਝ ਕੇ ਲੜਦੇ। ਤ੍ਰਿਗ ਪੰਥ ਉਹ ਤ੍ਰਿਗ ਸਿੰਘ ਨਾਮ। ਇੱਥੋਂ ਤੱਕ ਇਹਨੇ ਕਿਹਾ, ਕਹਿੰਦਾ ਉਹ ਤੁਹਾਡੇ ਪੰਥ ਤੇ ਤ੍ਰਿਗ ਹੈ, ਤੁਹਾਡੇ ਨਾਂ ਸਿੰਘ ਕਹਾਉਣ ਤੇ ਤਰਕਾਰ ਹੈ, ਤੁਸੀਂ ਸਿੰਘ ਨਹੀਂ ਹੋ ਸਕਦੇ। ਅਸੀਂ ਸੁਣਿਆ ਸੀ, ਅਸੀਂ ਤਾਂ ਬੜੀ ਰੀਝ ਨਾਲ ਆਇਆ, ਲਾਹੌਰੋਂ ਚੱਲ ਕੇ ਤੁਹਾਡੇ ਘਰ ਆਏ ਆ, ਤੁਸੀਂ ਫਿਰ ਵੀ ਲੜਨ ਤੋਂ ਹੌਸਲਾ ਕਰਕੇ ਸਾਡੇ ਨਾਲ ਨਹੀਂ ਆਉਂਦੇ। ਕਹਿੰਦਾ ਤੁਹਾਡੇ ਸਿੰਘ ਕਹਾਉਣ ਤੇ
ਤਰਕਾਰ ਹੈ। ਆਖ ਫਿਰਿਓ ਨਿਜ ਫੌਜ ਤਮਾਮ। ਏਦਾਂ ਕਹਿ ਕੇ ਨਾ ਉਹ ਜਿਹੜਾ ਪਠਾਨ ਸੀ ਉਹਨੇ ਘੋੜਾ ਪਿਛਲੇ ਪਾਸੇ ਆਪਣੀ ਫੌਜ ਨੂੰ ਮੋੜ ਲਿਆ। ਦੋਹਰਾ ਕੋ ਸਿੰਘ ਨਿਕਸਿਓ ਨਹੀਂ, ਤੋ ਚੜਤ ਸਿੰਘ ਪਇਓ ਰੋਸ। ਉਸ ਵੇਲੇ ਕੋਈ ਸਿੰਘ ਆਇਆ ਨਹੀਂ ਸਾਹਮਣੇ, ਇੱਕ ਦੂਜੇ ਵੱਲ ਵੇਖ ਰਹੇ ਸਨ। ਨਾਲੇ ਜਦੋਂ ਉਹਨੇ ਵੰਗਾਰਿਆ ਤੇ ਉਹ ਘੋੜਾ ਮੋੜ ਕੇ ਵਾਪਸ ਟੁਰ ਚੱਲਿਆ ਸੀ ਪਠਾਨ, ਤੇ ਕੋਈ ਸਿੰਘ ਜਿਹੜਾ ਸੀ ਉੱਠ ਕੇ ਨਹੀਂ ਖਲੋਤਾ। ਜਦੋਂ ਇਹ ਵੇਖਿਆ ਲਾਗੇ ਬੈਠਾ ਸੀ ਚੜਤ ਸਿੰਘ। ਚੜਤ ਸਿੰਘ ਸ਼ੁਕਰ ਚੱਕੀਆ, ਬਾਅਦ ਵਿੱਚ ਮਿਸਲ ਦੇ ਜਥੇਦਾਰ ਬਣੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਸਰਦਾਰ ਚੜਤ ਸਿੰਘ ਜੀ। ਮਾਂ ਸਿੰਘ ਦੇ ਪਿਤਾ ਜੀ ਸਨ, ਰਣਜੀਤ ਸਿੰਘ ਦੇ ਦਾਦਾ ਜੀ ਸਨ। ਚੜਤ ਸਿੰਘ ਨੇ ਜਦੋਂ ਵੇਖਿਆ ਵੀ ਪਠਾਨ ਸਾਨੂੰ ਵੰਗਾਰ ਕੇ ਵਾਪਸ ਚੱਲਿਆ, ਚੜਤ ਸਿੰਘ ਜੀ ਨੂੰ ਗੁੱਸਾ ਆਇਆ। ਹਲੇ ਨੌਜਵਾਨ ਸੀ, ਦਾੜਾ ਨਹੀਂ ਸੀ ਉਤਰਿਆ, ਥੋੜੀ ਥੋੜੀ ਮੱਸ ਭੁਰਦੀ ਸੀ। 15-16 ਵਰਿਆਂ ਦੇ ਨੇੜੇ ਤੇ ਉਮਰ ਹੋਵੇਗੀ ਚੜਤ ਸਿੰਘ ਦੀ, ਤੇ ਚਿਹਰੇ ਤੇ ਹਾਲੇ ਪੂਰਾ ਦਾੜਾ, ਥੋੜੀ ਥੋੜੀ ਕਿਤੋਂ ਕਿਤੋਂ ਮੱਸ ਭੁਰਦੀ ਸੀ। ਹਾਲੇ ਬੱਚਾ ਹੀ ਸੀ, ਗੱਭਰੂ ਸੀ। ਤੇ ਚੜਤ ਸਿੰਘ ਨੂੰ ਬੜਾ ਗੁੱਸਾ ਆਇਆ, ਰੋਸ ਆਇਆ। ਤਜ ਬੰਦੂਕ ਆਗੇ ਤੁਰਿਓ, ਗੈ ਖੰਡੋ ਹੱਥ ਮੋਸ। ਤੇ ਚੜਤ ਸਿੰਘ ਦੇ ਹੱਥ 'ਚ ਬੰਦੂਕ ਸੀ। ਬੰਦੂਕ 'ਚ ਹੀ ਬੜੇ ਕਮਾਲ ਦਾ ਸੀ ਚੜਤ ਸਿੰਘ। ਅੱਗੇ ਕਥਾ ਹੋਵੇਗੀ ਵੱਡੇ ਘੱਲੂਘਾਰੇ ਦੀ। ਬੰਦੂਕ ਚਲਾਉਣ ਵਿੱਚ ਚੜਤ ਸਿੰਘ ਦਾ ਕੋਈ ਸਾਨੀ ਨਹੀਂ ਸੀ। ਉਹਨੇ ਆਖਿਆ, ਪਈ ਆ ਬੰਦੂਕ ਖਾਲਸਾ ਜੀ, ਦੁਸ਼ਮਣ ਸਾਡੇ ਕੋਲ ਆ ਕੇ ਸਾਨੂੰ ਵੰਗਾਰ ਕੇ ਚਲੇ ਜਾਏ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਉਹਨੇ ਖੰਡੇ ਨੂੰ ਹੱਥ ਪਾਇਆ, ਹੱਥ ਪਕੜ ਕੇ ਖੰਡੇ ਨੂੰ ਮਿਆਨ ਚੋਂ ਖੰਡਾ ਧੂ ਕੇ ਹੱਥ 'ਚ ਪਕੜ ਲਿਆ। ਚੋਪਈ ਤਬ ਸੁੱਖਾ ਸਿੰਘ ਬਾਤ ਵਿਚਾਰੀ। ਲਾਗੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਸਨ। ਉਹਨਾਂ ਨੇ ਵੇਖਿਆ ਇਹ ਨੌਜਵਾਨ ਭਜੰਗੀ, ਇਹ ਚੱਲਿਆ ਲੜਨ ਗਿਲਜੇ ਨਾਲ। ਸੁੱਖਾ ਸਿੰਘ ਨੇ ਵਿਚਾਰ ਕੀਤੀ, ਯੈ ਬਾਲਕ ਕਬ ਮਾਰੇ ਕੰਧਾਰੀ। ਇਸ ਬੱਚੇ ਕੋਲੋਂ ਕੰਧਾਰੀ ਕਿੱਥੇ ਮਾਰਿਆ ਜਾਣਾ? ਉਹ 7 ਫੁੱਟਾ ਜਵਾਨ, ਇਹ ਛੋਟਾ ਜਿਹਾ ਲੂਆ ਜਿਹਾ ਬੱਚਾ, ਹਾਲੇ ਤਾਂ ਕੂਲਾ ਜਿਹਾ। ਇਹ ਛੋਟਾ ਬਾਲਕ ਏਡੇ ਵੱਡੇ ਕੰਧਾਰੀ ਕੋਲੋਂ ਕਿਵੇਂ ਜਿੱਤੇਗਾ? ਇਹ ਕਿਵੇਂ ਮਾਰੇਗਾ? ਉਸ ਕੀ ਦੇਹ ਲੋਸੈ ਮੜੀ। ਫਿਰ ਤਲਵਾਰ ਨਾਲ ਮਾਰਨਾ ਔਖਾ, ਕਿਉਂਕਿ ਉਹਦੀ ਸਾਰੀ ਦੇ ਲੋਹੇ ਨਾਲ ਮੜੀ ਹੋਈ। ਉਹਨੇ ਤਾਂ ਪਜਾਮਾ ਵੀ ਥੱਲੇ ਲੋਹੇ ਦਾ ਪਾਇਆ ਹੋਇਆ, ਉੱਤੇ ਬਖਤਰ ਲੋਹੇ ਦਾ ਪਾਇਆ, ਸਿਰ ਤੇ ਟੋਪ ਲੋਹੇ ਦਾ ਪਾਇਆ, ਪੈਰਾਂ 'ਚ ਜੁੱਤੀ ਤੱਕ ਲੋਹੇ ਦੀ ਪਾਈ ਫਿਰਦਾ ਹੈ। ਉਸ ਕੀ ਸਕੇ ਨਾ ਇਹ ਕਟ ਕੜੀ। ਇਹ ਤਾਂ ਉਹਦੀ ਜਿਹੜੀ ਲੋਹੇ ਦੀ ਉਹਨੇ ਸੰਜੋ ਪਾਈ ਹੋਈ ਆ ਜਾਂ ਕੱਪੜੇ ਪਾਏ ਹੋਏ ਨੇ, ਉਹਦੀ ਇੱਕ ਕੜੀ ਵੀ ਨਹੀਂ ਕੱਟ ਸਕੇਗਾ। ਉਹ ਖਾ ਜਾਵੇ ਦੁੰਬਾ ਸਾਰਾ। ਉਹ ਏਡੇ ਜਵਾਨ ਨੇ ਵੀ ਇੱਕ ਪੂਰਾ ਬੱਕਰਾ ਤੇ ਦੂੰਬਾ ਖਾ ਜਾਂਦੇ ਆ ਉਹ ਕੱਲੇ ਕੱਲੇ ਜਣੇ। ਏਡੇ ਬਲੀ ਨੇ, ਇੰਨੇ ਸਰੀਰ ਉਹਨਾਂ ਦੇ ਭਰੇ ਜੁੱਸੇ ਹਨ। ਹਮ ਸਿੰਘਨ ਸਾਗ ਪਾਤ ਗੁਜ਼ਾਰਾ। ਉਹ ਦੂੰਬਾ ਕੱਲੇ ਖਾ ਜਾਂਦੇ ਆ, ਬੱਕਰਾ ਇੱਕ। ਅਸੀਂ ਸਿੰਘਾਂ ਨੂੰ ਰੋਟੀ ਵੀ ਮਸਤਾਨੀ ਦਵਾਨੀ ਕਦੇ ਮਿਲਦੀ ਆ, ਸਾਗ ਪੱਤੇ ਖਾ ਕੇ ਗੁਜ਼ਾਰਾ ਕਰਦੇ ਆ। ਸਾਡੇ ਕੋਲੋਂ ਇਹ ਨਾਲੇ ਫਿਰ ਇਹ ਬਿਲਕੁਲ ਭਜੰਗੀ ਆ। ਹਾਂਜੀ, ਛੇੜ ਕੋੜਾ ਉਨ ਚੜ ਸਿੰਘ ਗਇਓ। ਚੜਤ ਸਿੰਘ ਤਾਂ ਅੱਗੇ ਜਾ ਹੀ ਰਿਹਾ ਸੀ। ਸੁੱਖਾ ਸਿੰਘ ਨੇ ਭੱਜ ਕੇ ਅੱਗੋਂ ਘੋੜਾ ਕਰ ਲਿਆ ਚੜਤ ਸਿੰਘ ਦੇ। ਚੜਤ ਸਿੰਘ ਨੂੰ ਰੋਕ ਲਿਆ। ਯੈ ਗਿਲ ਜੇ ਤੈਂ ਕਬ ਮਾਰ ਲਿਓ। ਰੋਕ ਕੇ ਕਹਿੰਦੇ ਸੁੱਖਾ ਸਿੰਘ, ਚੜਤ ਸਿੰਘ ਇਹ ਗਿਲਜੇ ਨੂੰ ਤੂੰ ਕਿਵੇਂ ਮਾਰੇਗਾ? ਇਹ ਕਿਵੇਂ ਮਾਰ ਸਕਦਾ ਇਸ ਨੂੰ? ਤੁਮ ਤੇ ਚੋਗਨ ਤਾਹੇ ਸਰੀਰ। ਤੇਰੇ ਨਾਲੋਂ 4 ਗੁਣਾ ਵੱਧ ਹੈ ਸਰੀਰ ਉਹਦਾ, ਦੁੱਗਣਾ ਵੀ ਨਹੀਂ ਕਹਿ ਸਕਦੇ। 4 ਗੁਣਾ ਜਿੰਨਾ ਤੂੰ ਹੈ ਨਾ ਪੁੱਤਰ, ਤੇਰੇ ਨਾਲੋਂ 4 ਗੁਣਾ ਵੱਧ ਹੈ ਉਹਦਾ ਸਰੀਰ ਪਠਾਨ ਦਾ। ਕਬ ਤੁਧ ਤੇਗ ਸਕੇ ਉਸ ਚੀਰ। ਤੇਰੀ ਤਲਵਾਰ ਉਹਨੂੰ ਕਿਵੇਂ ਚੀਰੇਗੀ? ਕਿਉਂਕਿ ਤੇਰੇ ਕੋਲ ਵੱਧ ਬਲ ਹੋਵੇਗਾ, ਉਹਦੇ ਨਾਲੋਂ ਤਾਂ ਹੀ ਚੀਰੇਗਾ ਨਾ ਉਹਨੂੰ। ਤੇਰੀ ਤਲਵਾਰ ਉਹਨੂੰ ਕਿਵੇਂ ਚੀਰੇਗੀ? ਚੜਤ ਸਿਆ ਮਣ 5-7 ਉਨਨੇ ਲੋਹ ਚਾਇਓ। ਉਹਨੇ 5-6 ਮਣ ਦਾ ਲੋਹਾ ਹੀ ਚੁੱਕੀ ਬੈਠਾ ਸਰੀਰ ਤੇ। ਵੇਖ ਕਿੱਡਾ ਬਲੀ ਹੋਣਾ ਜਿਹਨੇ 5-6 ਮਣ ਲੋਹਾ ਚੁੱਕਿਆ ਸਰੀਰ ਤੇ। ਜਿਹੜੀ ਸੰਜੋ ਪਾਈ ਹੈ, ਥੱਲੇ ਪਜਾਮਾ ਪਾਇਆ ਲੋਹੇ ਦਾ, ਜੁੱਤੀ ਪਾਈ ਫਿਰਦਾ, ਉਹ 5-7 ਮਣ ਤਾਂ ਲੋਹਾ ਸਰੀਰ ਤੇ। ਯਾਨੀ ਕਿ ਤੇਰੇ ਵਜਨ ਨਾਲੋਂ ਤਾਂ 1.5 ਗੁਣਾ ਵੱਧ ਲੋਹਾ ਹੀ ਚੁੱਕੀ ਬੈਠਾ ਸਰੀਰ ਤੇ।
ਤੇਰੇ ਕੋਲੋਂ ਕਿਵੇਂ ਮਾਰਿਆ ਜਾਏਗਾ? ਸੈਤ ਘੋੜੋ ਉਸ ਫੁਲਾਦ ਮੜਾਇਓ। ਫਿਰ ਉਹਦਾ ਘੋੜਾ ਵੀ ਫੁਲਾਦ ਨਾਲ ਮੜਿਆ ਹੋਇਆ ਹੈ। ਬੋਝ ਚਕੇ ਉਸ ਮਨ 20-30। ਤੇ ਕਹਿੰਦੇ ਘੋੜਾ ਜਿਹੜਾ ਉਹ ਵੀ ਐਡਾ ਬਲੀ ਆ, 20-30 ਮਣ ਵਜਨ ਚੁੱਕਣ ਵਾਲਾ ਬਲੀ ਘੋੜਾ। ਦੌੜ ਥਕੇ ਨੈ ਸੋ ਕੋਲੀਸ। ਤੇ ਘੋੜਾ 20-30 ਮਣ ਚੁੱਕ ਕੇ ਇਹਨੇ, ਬਲੀ ਘੋੜੇ ਸੀ ਅਬਦਾਲੀ ਦੀ ਫੌਜਾਂ ਦੇ, 100 ਕੋ ਪੈਂਡਾ ਰੋਜ਼ ਦਾ ਤੈਅ ਕਰ ਲੈਂਦੇ ਸੀ ਘੋੜੇ। 100 ਕੋ ਅੱਜ ਦੇ 200-250 ਕਿਲੋਮੀਟਰ 300 ਕਿਲੋਮੀਟਰ ਦਾ ਪੈਂਡਾ ਘੋੜੇ ਰਾਤ ਵਿੱਚ ਤੈਅ ਕਰ ਲੈਂਦੇ, ਇੰਨੇ ਬਲੀ ਘੋੜੇ ਸਨ। ਇਸੇ ਜ਼ੋਰ ਵੈ ਲੜੇ ਤਲਵਾਰੀ। ਇਸੇ ਜ਼ੋਰ ਨਾਲ ਹੀ ਉਹ ਤਲਵਾਰ ਦੇ ਨਾਲ ਲੈ ਕੇ ਲੜਦੇ ਨੇ। ਤੈਂ ਬਾਲਕ ਨੇ ਬਾਤ ਵਿਚਾਰੀ। ਚੜ੍ਹਤ ਸਿੰਘ ਤੂੰ ਹਾਲੇ ਬੱਚਾ ਹੈ ਤੇ ਤੂੰ ਹਾਲੇ ਇਸ ਗੱਲ ਨੂੰ ਨਹੀਂ ਜਾਣਦਾ, ਇਸ ਗੱਲ ਨੂੰ ਨਹੀਂ ਵਿਚਾਰਿਆ। ਦੋਹਰਾ ਸੁਨਤ ਚੜ੍ਹਤ ਸਿੰਘ ਤੈਂ ਕਈ ਆਹੇ ਸਤ ਇਹ ਬਾਤ। ਚੜ੍ਹਤ ਸਿੰਘ ਨੇ ਆਖਿਆ ਸੁੱਖਾ ਸਿੰਘ ਨੂੰ, ਕਹਿੰਦੇ ਜਥੇਦਾਰ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ, ਮੈਂ ਮੰਨਦਾ ਹਾਂ ਉਹਦਾ 4 ਗੁਣਾ ਵੱਧ ਵਜਨ ਹੈ ਮੇਰੇ ਨਾਲੋਂ। ਮੈਂ ਵੀ ਮੰਨਦਾ ਉਹ ਲੋਹੇ ਨਾਲ ਮੜਿਆ ਹੋਇਆ, ਮੈਂ ਵੀ ਜਾਣਦਾ ਕਿ ਤਲਵਾਰ ਨਾਲ ਉਹਨੂੰ ਕੱਟਣਾ ਔਖਾ ਹੈ। ਤੁਸੀਂ ਜੋ ਕਹਿ ਰਹੇ ਹੋ ਸੱਚ ਹੈ। ਪਰ ਸਿਓ ਅਸਾਂ ਤੇ ਜਾਤ ਨੇ ਸਨਮੁਖ ਤੁਰਕ ਗਰਭਾਤ। ਪਰ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ ਕਿ ਮੇਰੇ ਸਾਹਮਣੇ ਕੋਈ ਤੁਰਕੜਾ ਹੰਕਾਰ ਦੇ ਵਿੱਚ ਸਾਨੂੰ ਵੰਗਾਰ ਕੇ ਮੂੰਹ ਮੋੜ ਕੇ ਚਲਾ ਜਾਵੇ ਸਾਡੇ ਸਾਹਮਣੇ। ਇਹ ਨਹੀਂ ਮੇਰੇ ਕੋਲੋਂ ਬਰਦਾਸ਼ਤ ਹੋਇਆ ਕਿ ਇੱਕ ਤੁਰਕੜਾ, ਇਹ ਮਲੇਛ ਸਾਨੂੰ ਵੰਗਾਰ ਕੇ ਚਲਾ ਜਾਵੇ। ਚੋਪਈ ਖੋਟੋ ਬਚਨ ਵੈ ਮੁਖੋਂ ਉਚਾਰੇ। ਉਹਨੇ ਖੋਟੇ ਬੋਲ ਬੋਲੇ ਨੇ ਸੁੱਖਾ ਸਿੰਘ ਜੀ, ਜਥੇਦਾਰ ਜੀ, ਮੇਰੇ ਕਲੇਜੇ ਨੂੰ ਵਿੰਨ ਗਏ ਨੇ ਜਿਹੜੇ ਬੋਲ ਉਹਨੇ ਬੋਲੇ ਹਨ। ਉਹ ਕਹਿੰਦਾ ਤੁਹਾਡੇ ਪੰਥ ਤੇ ਤਰਕਾਰ ਹੈ, ਉਹ ਕਹਿੰਦਾ ਤੁਹਾਡੇ ਸਿੰਘ ਹੋਣ ਤੇ ਤਰਕਾਰ ਹੈ, ਉਹ ਕਹਿੰਦਾ ਤੁਸੀਂ ਸਿੰਘ ਨਾ ਕਹਾਓ ਗੀਦੀ ਕਹਾਓ। ਇਦਾਂ ਦੇ ਜਿਹੜੇ ਉਹ ਭੈੜੇ ਬੋਲ ਬੋਲ ਕੇ ਗਿਆ, ਮੇਰੇ ਕੋਲੋਂ ਸਹੇ ਨਹੀਂ ਗਏ। ਹਮ ਜੀਵਤ ਵੈ ਪੰਥ ਤਦਕਾਰੇ। ਮੇਰੇ ਜੀਵਦਿਆਂ ਸਾਡੇ ਪੰਥ ਨੂੰ ਤਰਕਾਰਾਂ ਪਾ ਕੇ ਚਲਾ ਜਾਏ। ਸਾਡੇ ਜੀਵਦਿਆਂ ਸਾਡੇ ਪੰਥ ਨੂੰ, ਖਾਲਸੇ ਪੰਥ ਨੂੰ ਉਹ ਤਰਕਾਰ ਪਾ ਕੇ ਚਲਾ ਜਾਵੇ। ਪੰਥ ਨਿੰਦਿਆ ਹਮ ਸੁਨੇ ਕੇ ਮਕਾਨ। ਮੈਂ ਗੁਰੂ ਕੇ ਪੰਥ ਦੀ ਨਿੰਦਿਆ ਆਪਣੇ ਕੰਨੀ ਕਿਵੇਂ ਸੁਣ ਲਵਾਂ? ਗੁਰੂ ਪੰਥ ਦੀ ਨਿੰਦਿਆ ਕਿਵੇਂ ਆਪਣੇ ਕੰਨੀ ਸੁਣ ਲਵਾਂ? ਇਮ ਕਰ ਮੈਂ ਲਰਤ ਜੋ ਪ੍ਰਾਨ। ਏਦਾਂ ਕਰਕੇ ਜਦੋਂ ਤੱਕ ਮੇਰੇ ਚ ਪ੍ਰਾਣ ਨੇ ਮੈਂ ਲੜਾਂਗਾ, ਕਿਉਂਕਿ ਜਿਉਂਦਿਆਂ ਜੀ ਮੈਂ ਪੰਥ ਦੀ ਨਿੰਦਿਆ ਨਹੀਂ ਸੁਣ ਸਕਦਾ। ਦੋਹਰਾ ਮਾਰਨ ਮਰਨ ਹੱਥ ਸਤ ਗੁਰੂ ਹਮ ਹੱਥ ਉਦਮ ਆਹੇ। ਚੜ੍ਹਤ ਸਿੰਘ ਜੀ ਕਹਿੰਦੇ ਆ ਸੁੱਖਾ ਸਿੰਘ ਜੀ, ਮਾਰਨਾ ਤੇ ਮਰਨਾ ਗੁਰੂ ਦੇ ਹੱਥ ਹੈ, ਸਾਡੇ ਹੱਥ ਨਹੀਂ। ਅਸੀਂ ਤਾਂ ਕੇਵਲ ਉਦਮ ਕਰ ਸਕਦੇ ਹਾਂ। ਮਰਨਾ ਤੇ ਮਾਰਨਾ ਇਹ ਸਤਿਗੁਰਾਂ ਦੇ ਹੱਥ ਹੈ, ਸਾਡੇ ਹੱਥ ਦੇ ਵਿੱਚ ਤਾਂ ਕੇਵਲ ਉਦਮ ਕਰਨਾ ਹੈ। ਦੇਖ ਸਕੇ ਨੇ ਦੁਸ਼ਟ ਇਮ ਪਰੇ ਇਸੇ ਪਰ ਧਾਏ। ਇਹ ਦੁਸ਼ਟ ਨੂੰ ਮੈਂ ਇਦਾਂ ਜਾਂਦਾ ਨਹੀਂ ਵੇਖ ਸਕਦਾ, ਇਸ ਕਰਕੇ ਮੈਂ ਇਹਦੇ ਤੇ ਧਾਵਾ ਕਰਕੇ ਪੈਣ ਲੱਗਾ ਹਾਂ। ਜੈਸੇ ਤਨਕ ਸੋ ਹਰ ਭਜਨ ਗਾਰੇ ਕਨੋ ਸੋ ਪਾਪ। ਸੁੱਖਾ ਸਿੰਘ ਜੀ, ਮੈਂ ਸੁਣਿਆ ਕਥਾ ਦੇ ਵਿੱਚ ਬਜ਼ੁਰਗਾਂ ਕੋਲੋਂ ਕਿ ਪਰਮੇਸ਼ਰ ਦੇ ਥੋੜੇ ਜਿੰਨੇ ਭਜਨ ਨਾਲ ਕਰੋੜਾਂ ਪਾਪ ਸੜ ਕੇ ਸਵਾਹ ਹੋ ਜਾਂਦੇ ਨੇ। ਮੈਂ ਸੁਣਿਆ ਕਿ ਥੋੜੇ ਜਿੰਨੇ ਭਜਨ ਨਾਲ ਇੰਧਣ ਕੀ ਤੋਮੂ ਘਣਾ ਭੋਰੀ ਦਤੀਮ ਭਾਹੇ। ਛੋਟੀ ਜੀ ਅੱਗ ਦੀ ਚੰਗਿਆੜੀ ਉਹ ਲੱਕੜਾਂ ਦੇ ਸਮੁਦਾਇ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਤਨਕ ਮਾਤਰ ਦਾ ਕੀਤਾ ਹੋਇਆ ਭਜਨ ਵੱਡੇ ਤੋਂ ਵੱਡਿਆਂ ਪਾਪਾਂ ਦਾ ਨਾਸ ਕਰ ਦਿੰਦਾ ਹੈ। ਤੈਸੇ ਮਾਰੋ ਪਠਾਨ ਇਹ ਸਤਿਗੁਰ ਕੇ ਪ੍ਰਤਾਪ। ਮੈਂ ਵੀ ਤਨਕ ਮਾਤਰ ਹਾਂ, ਛੋਟਾ ਆ ਨਾ, ਉਹ ਪਾਪ ਪਹਾੜ ਵਾਂਗੂ ਹੈ, ਪਰ ਮੇਰੇ ਕੋਲ ਮੇਰੇ ਸਤਿਗੁਰਾਂ ਦਾ ਪ੍ਰਤਾਪ ਹੈ ਤੇ ਮੈਂ ਗੁਰੂ ਦੇ ਪ੍ਰਤਾਪ ਨਾਲ ਇਸ ਗਿਲਜੇ ਨੂੰ ਮਾਰ ਮੁਕਾਵਾਂਗਾ, ਮੈਨੂੰ ਇਹ ਭਰੋਸਾ ਹੈ। ਚੋਪਈ
ਕਹਿਓ ਸੁੱਖਾ ਸਿੰਘ ਧੰਨ ਤੂੰ ਬਾਲ। ਸੁੱਖਾ ਸਿੰਘ ਨੇ ਚੜ੍ਹਤ ਸਿੰਘ ਦੇ ਸਿਰ ਤੇ ਹੱਥ ਫੇਰਿਆ, ਬੇਟਾ ਹੇ ਬਾਲਕ ਤੂੰ ਧੰਨ ਹੈ ਪੁੱਤਰਾ, ਜੇ ਤੇਰੇ ਵਰਗੇ ਸਾਡੇ ਵਾਰਸ ਨੇ ਪੰਥ ਦੇ ਤਾਂ ਸਾਨੂੰ ਫਿਕਰ ਨਹੀਂ, ਤੂੰ ਧੰਨ ਹੈ। ਸਿਰ ਤੇ ਹੱਥ ਫੇਰਿਆ, ਨਾਲੇ ਬੱਚਾ ਸੀ ਨਾ ਚੜ੍ਹਤ ਸਿੰਘ, ਕਹਿੰਦੇ ਸਿਰ ਤੇ ਹੱਥ ਫੇਰ, ਧੰਨ ਹੈ ਤੂੰ ਬਾਲਕ, ਤੂੰ ਧੰਨ ਹੈ। ਤੂੰ ਖੜੋ ਦੇਖ ਅਬ ਸਾਡੀ ਚਾਲ। ਬੇਟਾ ਇਹ ਸਮਝੀ ਵੀ ਤੂੰ ਹੀ ਲੜ ਰਿਹਾ, ਇਹ ਨਾ ਸਮਝੀ ਕਿ ਮੈਂ ਚੱਲਿਆ ਲੜਨ, ਸੁੱਖਾ ਸਿੰਘ ਚੱਲਿਆ, ਤੂੰ ਸਮਝੀ ਕਿ ਤੂੰ ਹੀ ਚੱਲਿਆ, ਤੇਰੇ 'ਚ ਮੇਰੇ 'ਚ ਫਰਕ ਨਹੀਂ ਹੁਣ। ਹੁਣ ਸਾਡੀ ਚਾਲ ਵੇਖ, ਮੈਂ ਕੀ ਕਰਦਾ ਹਾਂ। ਸੁੱਖਾ ਸਿੰਘ ਪੀ ਸੰਜੋ ਮੰਗਾਇਓ। ਕੁਝ ਦਿਨ ਪਹਿਲਾਂ ਇੱਕ ਗਿਲਜਾ ਮਾਰ ਕੇ ਨਾ ਸੁੱਖਾ ਸਿੰਘ ਜੀ ਇੱਕ ਉਹਦੀ ਸੰਜੋ ਲਾ ਲਏ ਸੀ। ਕੁਝ ਦਿਨ ਪਹਿਲਾਂ ਹੀ ਜੇ ਗਿਲਜਾ ਮਾਰਿਆ ਸੀ ਸੁੱਖਾ ਸਿੰਘ ਹੁਣਾਂ ਨੇ, ਉਹਦਾ ਜਿਹੜਾ ਸੰਜੋ ਹੁੰਦੀ ਹੈ ਸਰੀਰ ਦਾ ਬਖਤਰ, ਉਹ ਸੁੱਖਾ ਸਿੰਘ ਜੀ ਨੇ ਉੱਥੇ ਹੀ ਨਾ ਇੱਕ ਰੇਤਾ ਦੇ ਵਿੱਚ ਟੋਆ ਪੁੱਟ ਕੇ ਤੇ ਦੱਬਿਆ ਹੋਇਆ ਸੀ। ਚੜ੍ਹਤ ਸਿੰਘ ਨੂੰ ਆਖਿਆ, ਬੇਟਾ ਉਹ ਸਾਹਮਣੇ ਦਰਖਤ ਦੇ ਥੱਲੇ ਨਾ ਟੋਆ ਪੁੱਟ, ਉੱਥੇ ਇੱਕ ਸੰਜੋ ਪਈ ਹੈ, ਮੈਂ ਕੱਲ 2-4 ਦਿਨ ਪਹਿਲਾਂ ਹੀ ਗਿਲਜਾ ਮਾਰਿਆ ਸੀ, ਉਹਦੀ ਸੰਜੋ ਹੈ, ਜਾ ਪੁੱਟ ਕੇ ਉੱਥੋਂ ਲੈ ਕੇ ਆ। ਦਸਤ ਦਸਤਾਨੇ ਸਿਰ ਟੋਪ ਟਿਕਾਇਓ। ਸੁੱਖਾ ਸਿੰਘ ਹੋਣਾ ਨੇ ਮੰਗਾ ਲਿਆ ਉਹ ਸਾਰਾ ਕੁਝ। ਉਹ ਸੰਜੋ ਹੀ ਚੜ੍ਹਤ ਸਿੰਘ ਕੋਲ ਬੜੀ ਮੁਸ਼ਕਲ ਨਾਲ ਚਕੀਚੀ। ਸੁੱਖਾ ਸਿੰਘ ਜੀ ਕਹਿੰਦੇ, ਬੇਟਾ ਤੇਰੀ ਬਹਾਦਰੀ ਨੂੰ ਸ਼ਾਬਾਸ਼ ਹੈ, ਇਹ ਸੰਜੋ ਪਾ ਕੇ ਲੜ ਰਿਹਾ, ਜਿਹੜੀ ਤੇਰੀ ਕੱਲੀ ਸੰਜੋ ਤੈਨੂੰ ਚੁੱਕ ਕੇ ਲਿਆਉਣੀ ਔਖੀ ਹੋਈ ਹੈ ਨਾ। ਉਹ ਸੰਜੋ ਚੜ੍ਹਤ ਸਿੰਘ ਨੇ ਮਦਦ ਕਰਕੇ ਸੁੱਖਾ ਸਿੰਘ ਜੀ ਦੇ ਸਰੀਰ ਤੇ ਸਜਾਈ। ਸੁੱਖਾ ਸਿੰਘ ਜੀ ਨੇ ਉਹ ਸਾਰੀ ਸੰਜੋ ਆਪਣੇ ਤਨ ਤੇ ਸਜਾਈ, ਦਸਤਾਨੇ ਆਦਿਕ ਪਾ ਲਏ। ਪਾਖਰ ਮੰਗਾਏ ਘੋੜੇ ਪੈ ਡਾਰੀ। ਇੱਕ ਲੋਹੇ ਦੀ ਝੁੱਲ ਸੀ ਜਿਹੜੀ ਘੋੜੇ ਦੇ ਉੱਤੇ, ਉਹ ਵੀ ਲਿਆ ਕੇ ਪਾਈ। ਲੀਨੀ ਥੀ ਗਿਲਜਨ ਕੋ ਮਾਰੀ। ਉਹ ਵੀ ਗਿਲਜੇ ਨੂੰ ਮਾਰ ਕੇ ਉਹਦੇ ਘੋੜੇ ਤੋਂ ਲਾਹ ਕੇ ਲਿਆਂਦੀ ਸੀ। ਚੜ੍ਹਤ ਸਿੰਘ ਤਿਸ ਅੰਗ ਪੈਰਾਇਓ। ਚੜ੍ਹਤ ਸਿੰਘ ਜੀ ਨੇ ਆਪ ਖੁਦ ਸੁੱਖਾ ਸਿੰਘ ਨੂੰ ਇਹ ਸਾਰੀ ਸੰਜੋ ਤੇ ਘੋੜੇ ਤੇ ਪਾਖਰ ਆਦਿਕ, ਉਹ ਲੋਹੇ ਦਾ ਬਖਤਰ ਆਦਿਕ ਪਾਇਆ। ਘੋੜਾ ਸਿੰਘ ਕੋ ਖੂਬ ਸਜਾਇਓ। ਘੋੜਾ ਚੜ੍ਹਤ ਸਿੰਘ ਨੇ ਖੂਬ ਸਜਾਇਆ, ਸੋਹਣੇ ਢੰਗ ਨਾਲ ਚੰਗੀ ਤਰ੍ਹਾਂ ਤਾਰੂ ਪਾ ਕੇ ਚੰਗੀ ਤਰ੍ਹਾਂ ਕੱਸ ਕੇ ਘੋੜਾ ਤਿਆਰ ਕੀਤਾ। ਲਈ ਸਿਰੋਈ ਦੋਏ ਕਰ ਨਮਸਕਾਰ। ਭਾਈ ਚੜ੍ਹਤ ਸਿੰਘ ਜੀ ਨੇ ਸਰੋਈ ਲਈ, ਚੜ੍ਹਤ ਸਿੰਘ ਜੀ ਨੇ ਆਪ ਫੜਾਈ ਸੁੱਖਾ ਸਿੰਘ ਹੋਣਾ ਨੂੰ, ਤੇ ਸੁੱਖਾ ਸਿੰਘ ਜੀ ਨੇ ਸਰੋਈ ਲੈ ਕੇ ਪਹਿਲਾਂ ਦੋਹਾਂ ਹੱਥਾਂ 'ਚ ਲੈ ਕੇ ਉਹਨੂੰ ਮੱਥਾ ਟੇਕਿਆ ਤੇ ਆਖਿਆ, ਨਮੋ ਸ੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਏਕ ਤੇ ਦਵੈ ਸੁਪਟਾ ਹਾਥ ਸੋਹੀ। ਨਮਸਕਾਰ ਹੈ ਭਗਉਤੀ ਨੂੰ, ਨਮਸਕਾਰ ਮੋਰੀਆਂ। ਨਮਸਕਾਰ ਕਰਕੇ ਗਾਤਰੇ ਪਾਈ ਢਾਲ ਸੰਭਾਲ। ਤਲਵਾਰ ਗਾਤਰੇ ਪਾਈ ਤੇ ਢਾਲ ਸੰਭਾਲੀ ਮੋਢੇ ਤੇ। ਪੰਜ ਸਿੰਘਨ ਤੇ ਅਰਦਾਸ ਕਰਾਈ। 5 ਸਿੰਘ ਬੁਲਾਏ, ਉਹਨਾਂ ਕੋਲੋਂ ਅਰਦਾਸਾ ਕਰਵਾਇਆ। ਹੋਏ ਭਗਉਤੀ ਸਿੰਘਨ ਸਹਾਈ। ਔਰ ਆਖਿਆ, ਹੈ ਭਗਉਤੀ ਸਿੰਘ ਜੀ ਦੀ ਸਹਾਇਤਾ ਕਰਿਓ। ਨਮਸਕਾਰ ਕਰ ਆਸਨ ਬਇਓ। ਅਰਦਾਸ ਕਰਾ ਕੇ 5 ਸਿੰਘਾਂ ਦੇ ਕੋਲੋਂ ਨਮਸਕਾਰ ਕਰਕੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਮਹਾਨ ਯੋਧੇ, ਮਹਾਨ ਜਤੀ ਸਤੀ ਸੂਰਮੇ ਘੋੜੇ ਤੇ ਸਵਾਰ ਹੋਏ। ਸਗਨ ਬਾਚਿਓ ਤਬ ਦਹਿਣੇ ਪਇਓ। ਕਹਿੰਦੇ ਸ਼ੁਭ ਸਗਨ ਉਸੇ ਵੇਲੇ ਨਜ਼ਰ ਆਉਣ ਲੱਗ ਪਏ। ਹਵਾ ਪਿਛਲੇ ਪਾਸੇ ਥੋੜੀ ਥੋੜੀ ਚੱਲ ਪਈ। ਇਹ ਸ਼ੁਭ ਸਗਨ ਮੰਨੇ ਜਾਂਦੇ ਆ, ਖਾਲਸਾ ਤਾਂ ਨਹੀਂ ਮੰਨਦਾ ਸ਼ਗਨਾਂ ਅਪਸ਼ਗਨਾਂ ਨੂੰ, ਪਰ ਕਹਿੰਦੇ ਹਵਾ ਉਹ ਸੰਕੇਤ ਦੇ ਰਹੀ ਹੈ, ਜਾਓ ਸੁੱਖਾ ਸਿੰਘ ਜੀ ਜਾਓ, ਤੁਹਾਡੀ ਜਿੱਤ ਹੋਣੀ ਆ, ਖਾਲਸੇ ਦੀ ਜਿੱਤ ਹੋਣੀ ਆ। ਹਾਂਜੀ। ਦੇਖ ਸਿੰਘ ਕੋ ਦਿਲ ਪਇਓ ਹੁਸ਼ਿਆਰ। ਸਿੰਘ ਜੀ ਦੇ ਮਨ 'ਚ ਵੀ ਸਾਵਧਾਨੀ ਆ ਗਈ ਵੀ ਸ਼ੁਭ ਸ਼ਗਨ ਦਿਸ ਰਹੇ ਨੇ, ਪਿਛਲੇ ਪਾਸੇ ਹਵਾ ਚੱਲੀ ਹੈ ਤੇ ਸੰਕੇਤ ਮਿਲ ਰਹੇ, ਕੁਦਰਤ ਵੀ ਸੰਕੇਤ ਦੇ ਰਹੀ ਹੈ ਕਿ ਤੁਸੀਂ ਜਿੱਤੋਗੇ, ਮਨੋਬਲ ਵੱਧ ਗਏ। ਜਨ ਆਗੇ ਗਿਲ ਜੋ ਪਇਓ ਮਾਰੇ। ਇਹਨੇ ਚਾਅ ਨਾਲ ਚੜੇ ਤੇ ਅਰਦਾਸੇ ਤੇ ਭਰੋਸਾ ਸੀ ਜਿਹੜਾ 5 ਸਿੰਘਾਂ ਨੇ ਕੀਤਾ ਸੀ। ਜੋ ਪੰਚਨ ਤੇ ਅਰਦਾਸ ਕਰਾਵੇ, 5 ਕੋਲੋਂ ਜਿਹੜੀ ਅਰਦਾਸ ਕਰਾਈਏ ਉਹ ਪ੍ਰਵਾਨ ਹੁੰਦੀ ਹੈ। ਉਹ ਭਰੋਸਾ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ ਉਸ ਅਰਦਾਸ ਦਾ ਕਿ ਇਹ ਸਮਝਿਆ ਵੀ ਬਸ ਗਿਲਜਾ ਤਾਂ ਮਾਰਿਆ ਹੀ ਪਿਆ, ਬਸ ਇਹ ਤਾਂ ਜਾ ਕੇ ਥੋੜੀ ਬਹੁਤੀ ਹਿਲਜੋਲੀ ਕਰਨੀ ਹੈ, ਗਿਲਜਾ ਤਾਂ ਮਾਰਿਆ ਹੀ ਪਿਆ ਹੈ। ਦੋਹਰਾ ਜਬ ਸਿੰਘ ਘੋੜਾ ਤੋਰਿਆ
ਔਰ ਸਗਨ ਪਇਓ ਚੰਗ। ਕਹਿੰਦੇ ਜਦੋਂ ਜਥੇਦਾਰ ਸੁੱਖਾ ਸਿੰਘ ਜੀ ਨੇ ਮਾੜੀ ਕੰਬੋਕੀ ਵਾਲਿਆਂ ਨੇ ਘੋੜਾ ਟੋਰਿਆ, ਸਾਰੇ ਸ਼ੁਭ ਸ਼ਗਨ ਨਜ਼ਰ ਆਏ। ਵਿੱਚ ਬਰੇਤੀ ਜਾ ਖੜੋ ਅਦ ਦਰਿਆ ਵੇ ਲੰਘ। ਤੇ ਬਰੇਤੀ ਦੇ ਵਿੱਚ ਦਰਿਆ, ਕਿਉਂਕਿ ਵਿੱਚ ਪਾਣੀ ਵਿੱਚ ਬਰੇਤੀ ਇਦਾਂ ਕਿਤੇ ਚੱਲਦਾ ਸੀ, ਕਿਤੇ ਬਰੇਤੀ ਸੀ, ਥੋੜਾ ਜਿਹਾ ਦਰਿਆ ਲੰਘ ਕੇ ਬਰੇਤੀ ਦੇ ਵਿੱਚ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਜਾ ਕੇ ਖਲੋ ਗਏ। ਜੋ ਭਾਈ ਸੁੱਖਾ ਸਿੰਘ ਚੜਤ ਸਿੰਘ ਸਮਝਾਇਓ। ਭਾਈ ਸੁੱਖਾ ਸਿੰਘ ਨੇ ਚੜਤ ਸਿੰਘ ਨੂੰ ਸਮਝਾਇਆ ਔਰ ਪੰਥ ਪੀ ਪਿੱਛੇ ਹਟਾਇਓ। ਬਾਕੀ ਸਿੰਘ ਜਿਹੜੇ ਆਉਂਦੇ ਸੀ ਪਿੱਛੇ ਸਭ ਨੂੰ ਮੋੜ ਦਿੱਤਾ, ਕਹਿੰਦੇ ਕਿਸੇ ਨੇ ਪਿੱਛੇ ਨਹੀਂ ਆਉਣਾ, ਸਾਰੇ ਸਿੰਘ ਦੂਰ ਹੋ ਕੇ ਖਲੋ ਜਾਣ, ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋਵੇ। ਤੁਮਕੋ ਹੈ ਸਤਿਗੁਰ ਕੀ ਆਨ। ਨਾਲ ਹੀ ਕਹਿ ਦਿੱਤਾ ਸੁੱਖਾ ਸਿੰਘ ਨੇ, ਆਖਿਆ ਸਿੰਘਾਂ ਨੂੰ, ਖਾਲਸਾ ਜੀ ਤੁਹਾਨੂੰ ਗੁਰੂ ਦੀ ਆਣ ਹੈ, ਮੇਰੇ ਪਿੱਛੇ ਨਾ ਆਇਓ ਕੋਈ, ਤੁਹਾਨੂੰ ਗੁਰੂ ਕੀ ਆਣ ਹੈ। ਕਿਉਂਕਿ ਅੱਜ ਇਹ ਗੱਲ ਗੁਰੂ ਪੰਥ ਦੇ ਉੱਤੇ ਆ ਬਣੀ ਹੈ, ਉਹ ਦੁਸ਼ਮਣ ਨੇ ਵੰਗਾਰਿਆ, ਇਸ ਕਰਕੇ ਸਾਰੇ ਨਾ ਆਇਓ ਪਿੱਛੇ, ਤੁਹਾਨੂੰ ਗੁਰੂ ਕੀ ਆਣ ਹੈ। ਮੈਂ ਜੀਵਤ ਨਹੀਂ ਛੱਡੋ ਪਠਾਨ। ਮੈਂ ਗੁਰੂ ਪੰਥ ਨਾਲ ਬਚਨ ਕਰਕੇ ਜਾਣਾ ਤੇ ਗੁਰੂ ਕਲਗੀਧਰ ਤੇ ਭਰੋਸਾ ਕਰਕੇ ਜਾ ਰਿਹਾ ਕਿ ਉਹ ਪਠਾਨ ਜਿਹੜਾ ਵੰਗਾਰ ਕੇ ਗਿਆ, ਮੈਂ ਉਹਨੂੰ ਜਿਉਂਦਾ ਵਾਪਸ ਨਹੀਂ ਜਾਣ ਦਿਆਂਗਾ। ਤੁਹਾਨੂੰ ਆਣ ਹੈ ਗੁਰੂ ਕੀ, ਤੁਸੀਂ ਮੇਰੇ ਪਿੱਛੇ ਨਹੀਂ ਆਉਣਾ, ਮੈਂ ਕੱਲਾ ਹੀ ਉਸ ਪਠਾਨ ਨੂੰ ਮਾਰਾਂਗਾ। ਸੁੱਖਾ ਸਿੰਘ ਪਠਾਨ ਲਲਕਾਰੋ। ਪਠਾਨ ਵਾਲੇ ਗਿਆ ਹੀ ਸੀ ਥੋੜੀ ਦੂਰੀ ਤੇ, ਭਾਈ ਸੁੱਖਾ ਸਿੰਘ ਨੇ ਪਿੱਛੋਂ ਆਵਾਜ਼ ਮਾਰ ਕੇ ਉਹਨੂੰ ਲਲਕਾਰਾ ਮਾਰਿਆ। ਅਬ ਮੁੜਨਾ ਕਿਮ ਬਨੇ ਤੁਮਾਰੋ। ਕਹਿੰਦੇ ਉਹ ਗਿਲ ਜਿਆ, ਉਹ ਦੁਰਾਨੀਆਂ ਕਾਬਲੀਆ, ਖਲੋ, ਏਦਾਂ ਵੰਗਾਰ ਕੇ ਮੁੜਨਾ ਯੋਗ ਨਹੀਂ, ਵੰਗਾਰ ਕੇ ਸਾਨੂੰ ਹੁਣ ਪਿੱਛੇ ਮੁੜ ਕੇ ਜਾ ਰਿਹਾ, ਏਦਾਂ ਮੁੜਨਾ ਤੇਰਾ ਬਣਦਾ ਨਹੀਂ। ਪੰਥ ਨਿੰਦਾ ਕਹਿ ਜਾਣੋ ਕਹਾਂ। ਪੰਥ ਦੀ ਨਿੰਦਾ ਕਰਕੇ ਚੱਲਿਆ ਕਿੱਥੇ ਆ ਤੂੰ? ਪੰਥ ਦੀ ਨਿੰਦਾ ਕਰਕੇ ਚੱਲਿਆ ਤੇ ਪੰਥ ਦੀ ਨਿੰਦਾ ਕਰਕੇ ਕਿੱਥੇ ਜਾਵੇਂਗਾ? ਗੌਰ ਤੁਮਾਰੀ ਹੋਗੀ ਯਹਾਂ। ਮੇਰਾ ਵੀ ਬਚਨ ਹੈ ਗੁਰੂ ਕੇ ਸਿੰਘ ਦਾ, ਜਿੱਥੇ ਤੂੰ ਆ ਰਿਹਾ ਨਾ, ਇੱਥੇ ਹੀ ਇਸੇ ਜਗ੍ਹਾ ਦੇ ਉੱਤੇ ਤੇਰੀ ਮੜੀ ਬਣਾਵਾਂਗਾ, ਤੇਰੀ ਕਬਰ ਬਣਾਵਾਂਗਾ ਇੱਥੇ, ਇਹ ਮੇਰਾ ਬਚਨ ਹੈ ਤੇਰੇ ਨਾਲ। ਹਮ ਮਾਰेंगे ਤੁਮਕੋ ਐਸੇ। ਅਸੀਂ ਤੈਨੂੰ ਇਸ ਤਰ੍ਹਾਂ ਮਾਰਾਂਗੇ, ਸਾਚ ਕਾਟੇ ਝੂਠੇ ਜੈਸੇ। ਜਿਵੇਂ ਸੱਚ ਝੂਠ ਨੂੰ ਕੱਟ ਦਿੰਦਾ, ਸੱਚ ਕੱਟ ਦਿੰਦਾ ਨਾ, ਝੂਠ ਜਿੰਨਾ ਮਰਜ਼ੀ ਬਲੀ ਹੋਵੇ, ਕਹਿੰਦੇ ਇਸ ਤਰ੍ਹਾਂ ਮਾਰਾਂਗਾ ਤੈਨੂੰ, ਜਿਵੇਂ ਸੱਚ ਝੂਠ ਨੂੰ ਕੱਟ ਦਿੰਦਾ, ਏਦਾਂ ਤੈਨੂੰ ਕੱਟ ਸੁੱਟਾਂਗਾ। ਤੂੰ ਆਇਓ ਕਰ ਮਨ ਹੰਕਾਰ। ਮਨ 'ਚ ਬੜਾ ਹੰਕਾਰ ਕਰਕੇ ਆਇਆ ਸੀ। ਹਮਕੋ ਸਮਝਿਓ ਸਸਾ ਸ਼ਿਕਾਰ। ਤੂੰ ਸਾਨੂੰ ਸਹਿਆ ਸਮਝਿਆ ਸੀ ਵੀ ਇਹ ਖਰਗੋਸ਼ ਨੇ, ਸਹੇ ਨੇ, ਤੂੰ ਸਾਨੂੰ ਸਹੇ ਦਾ ਸ਼ਿਕਾਰ ਸਮਝਿਆ ਸੀ। ਦੇਖ ਸੱਸੇ ਤੇ ਹੋਤ ਹੈ ਸ਼ੇਰ। ਵੇਖ ਵੇ ਪਠਾਣਾ, ਹੁਣ ਇਹ ਸਹੇ ਸ਼ੇਰ ਕਿਵੇਂ ਬਣਦੇ ਆ। ਤੂੰ ਸਾਨੂੰ ਸਹੇ ਸਮਝ ਕੇ ਵੰਗਾਰ ਕੇ ਆਇਆ, ਵੇਖ ਆ ਸਹੇ ਹੁਣ ਸ਼ੇਰ ਕਿਵੇਂ ਬਣਦੇ ਨੇ। ਭੂਲ ਫਸਿਓ ਤੂੰ ਆਏ ਇਤ ਫੇਰ। ਮਾੜੀ ਘੜੀ ਸੀ ਤੇਰੇ ਲਈ ਜਦੋਂ ਤੂੰ ਇੱਧਰ ਆ ਗਿਆ ਸਾਡੇ ਵੱਲ, ਸਾਨੂੰ ਵੰਗਾਰਨ ਵਾਸਤੇ, ਤੇਰੀ ਮਾੜੀ ਘੜੀ ਸੀ। ਐਸੇ ਆਖ ਸਿੰਘ ਪਇਓ ਖੜਾ। ਏਦਾਂ ਕਹਿ ਕੇ ਸੁੱਖਾ ਸਿੰਘ ਜੀ ਨੇ ਘੋੜਾ ਆਪਣਾ ਰੋਕਿਆ ਤੇ ਸਾਹਮਣੇ ਉਸ ਗਿਲਜੇ ਨੂੰ ਵੰਗਾਰਿਆ। ਉਤ ਤੈ ਆਏ ਗਿਲ ਜੋ ਪੀ ਅੜਾ। ਉਧਰੋਂ ਗਿਲਜਾ ਵੀ, ਉਹਨੇ ਵੀ ਘੋੜਾ ਮੋੜ ਲਿਆ, ਕਹਿੰਦਾ ਠੀਕ ਹੈ ਆ ਗਿਆ ਤੇ ਬਸ ਹੁਣ ਤੂੰ ਵੀ ਨਹੀਂ ਜਾਂਦਾ। ਉਹਨੇ ਵੀ ਵੰਗਾਰਿਆ ਭਾਈ ਸੁੱਖਾ ਸਿੰਘ ਨੂੰ। ਭਾਈ ਸੁੱਖਾ ਸਿੰਘ ਤੇ ਗਿਲਜੇ ਦਾ ਜਿਵੇਂ ਦੋਹਾਂ ਦਾ ਭੇੜ ਹੋ ਰਿਹਾ ਹੈ, ਇਹਨਾਂ ਸੂਰਮਿਆਂ ਦੀ ਉਹ ਜੰਗ ਦੀ ਗਾਥਾ ਔਰ ਸੁੱਖਾ ਸਿੰਘ ਦੀ ਜਿੱਤ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਸੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓਵਣ ਹਾਰੇ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੁਰਵਾਗ ਗੁਰੂ ਸਾਗਬ ਜੀ ਡੰਡਾਉ ਬੰਦਨ ਅਨਕ ਬਾਰ ਸਰਬ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੇ ਕਰ ਹੱਥ ਕਰੋ ਬੰਦਨ ਅਨੇਕ ਬਾਰ ਕਰੂੰ ਬੰਦਨੋ ਅਨੇਕ ਬਾਰ ਸ਼ਰਨ ਪਰੋਂ ਘਰ ਰਾਏ ਪ੍ਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਉ ਮਿਠਾ ਆਨੰਦ ਗੁਣੇ ਨਿਧਾਨ ਗੁਰੂ ਕਰੇ ਬਨਵਾਸ ਗੁਰੂ ਕਰੇ ਬਨਵਾਸ ਕਰੇ ਬਨਵਾਸ ਕਰੇ ਬਨਵਾਸ हे गोविंद हे गोपाल हे गोविंद हे गोपाल हे गोविंद हे गोपाल हे गोविंद हे गोपाल हे दयाल लाल हे दयाल लाल हे गोविंद हे गोपाल हे गोविंद हे गोपाल हे गोविंद हे गोपाल हे दयाल लाल हे दयाल